ਜ਼ਾਹਿਰ ਪਾਤਸ਼ਾਹ ਜਾਗਤ ਜੋਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਪ੍ਰਭਾਤ ਸਮੇਂ ਸੰਗਤ ਦੇ ਪਲ ਘੜੀਆਂ ਸਾਨੂੰ ਪ੍ਰਾਪਤ ਹੋਈਆਂ ਨੇ। ਅਸੀਂ ਸਤਸੰਗੀ ਬਣ ਪਾ ਰਹੇ ਹਾਂ, ਵਡਭਾਗੀ ਹਾਂ। ਸਵੇਰ ਦੇ ਨਾ ਪਾਵਨ ਦੀਵਾਨਾਂ ਵਿੱਚ ਅਰਦਾਸ ਦੀ ਸ਼ਮੂਲੀਅਤ ਦੇ ਨਾਲ ਅੱਜ ਦਾ ਪਵਿੱਤਰ ਪਾਵਨ ਗੁਰਬਚਨ ਗੁਰਵਾਕ ਅਜੇ ਹੁਣੇ ਅਸੀਂ ਸਰਵਨ ਕਰ ਰਹੇ ਸੀ। ਹੁਣ ਸਮਾਂ ਬਣਿਆ ਹੈ ਨਾ ਪਾਵਨ ਗੁਰਵਾਕਾਂ ਦੀ ਤਕਰੀਰ ਵਿਚਾਰ ਅਸੀਂ ਕਰ ਸਕੀਏ। ਆਓ ਮਰਿਆਦਿਤ ਢੰਗ ਦੇ ਨਾਲ ਤਕਰੀਰ ਦੀ ਪ੍ਰਾਰੰਭਤਾ ਕਰਦੇ ਹਾਂ। ਸਭ ਤੋਂ ਪਹਿਲਾਂ ਖਾਕਸਾਰ ਦੁਆਰਾ ਬੁਲਾਈ ਗਈ ਫਤਿਹ ਪ੍ਰਵਾਨ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਚਨ ਸਿਰਨਾਵਾ ਇਹਦੇ ਤਿਆਰ ਹੈ। ਜੈਤ ਸ੍ਰੀ ਮਹੱਲਾ ਪੰਜਵਾਂ, ਛੰਤ ਕਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਗ ਜੈਤ ਸ੍ਰੀ ਦੀ ਰਚਨਾ ਹੈ। ਗੁਰੂ ਅਰਜਨ ਪਾਤਸ਼ਾਹ ਉਚਾਰਨ ਕਰ ਰਹੇ ਨੇ। ਛੰਤ ਇਹ ਸਵਰੂਪ ਹੈ ਇਸ ਪਾਵਨ ਬਾਣੀ ਦਾ। ਬਾਣੀ ਉਚਾਰਨ ਲਈ ਮਹਾਰਾਜ ਨੇ ਬੜੇ ਡਾਈਵਰਸਡ ਤਰੀਕੇਕਾਰਤਾ ਨੂੰ ਜਾਂ ਡਾਈਵਰਸਡ ਪੋਇਟਿਕ ਸਿਸਟਮ ਨੂੰ ਯੂਜ਼ ਕੀਤਾ ਹੈ। ਉਹਦੇ ਵਿੱਚ ਛੰਤਾਂ ਦਾ ਇੱਕ ਵੱਡਾ ਹਿੱਸਾ ਹੈ। ਮੋਸਟਲੀ ਛੰਤਾਂ ਦੇ 4 ਪਦੇ ਹੁੰਦੇ ਨੇ, ਪਰ ਐਕਸੈਪਸ਼ਨਲ ਐਗਜ਼ਾਮਪਲ ਵੀ ਹੈਗੀਆਂ ਨੇ ਬਾਣੀ ਵਿੱਚ। ਇਹਦੇ ਅੰਦਰ ਕੋਈ ਕਰਾਹਾਓ ਦਾ ਬੰਦ ਨਹੀਂ ਹੁੰਦਾ। ਹਰ ਇੱਕ ਪਦਾ ਇੰਡੀਪੈਂਡੈਂਟ ਹੁੰਦਾ ਆ। ਜ਼ਿਆਦਾਤਰ ਜੋ ਪਦੇ ਦੀ ਪਹਿਲੀ ਲਾਈਨ ਤੇ ਆਖਰੀ ਲਾਈਨ ਹੁੰਦੀ ਉਹ ਮੈਚ ਕਰਦੀ ਹੈ, ਪਰ ਐਕਸੈਪਸ਼ਨਲ ਐਗਜ਼ਾਮਪਲ ਵੀ ਹੈਗੀਆਂ ਨੇ ਜਿਸ 'ਚ ਕੋਈ ਮੈਚ ਨਹੀਂ ਹੁੰਦਾ। ਪਰ ਕੋਈ ਇੱਕ ਥਾਟ ਇੱਕ ਪਦੇ ਦੇ ਵਿੱਚ ਮਹਾਰਾਜ ਬਿਆਨ ਕਰਦੇ, ਫਿਰ ਦੂਸਰਾ ਪਦਾ ਜਾਂ ਉਹਨੂੰ ਐਕਸਟੈਂਡ ਕਰਦਾ ਜਾਂ ਕੋਈ ਨਵੇਂ ਥਾਟ ਨੂੰ ਦਿੰਦਾ। ਇਹ ਡਿਪੈਂਡ ਕਰਦਾ ਅਸੀਂ ਉਹਦੇ ਕੌਨਟੈਕਸਟ ਵਿੱਚ ਜਦੋਂ ਜਾਂਦੇ ਹਾਂ। ਛੰਦ ਸਰੂਪ ਹੈ ਜੋ ਸ਼ਬਦ ਅੱਗੇ ਆ ਰਿਹਾ ਹੈ। ਕਰ ਪਹਿਲਾ ਗਾਇਨ ਕਰਨ ਵਾਸਤੇ ਹਿਦਾਇਤੀ ਸੰਕੇਤ ਨੇ। ਜਦੋਂ ਵੀ ਇਸ ਬਚਨ ਨੂੰ ਗਾਇਆ ਜਾਏ, ਤਾਲ ਗੋਚਰੇ ਮੀਨ ਜਿਹਨੂੰ ਅਸੀਂ ਰਿਦਮ ਕਹਿੰਦੇ ਹਾਂ, ਫॉर ਰਿਦਮ ਜਿਹੜਾ ਪਹਿਲਾ ਕਾਰਿਆ ਉਹਨੂੰ ਪ੍ਰਯੋਗ ਵਿੱਚ ਰੱਖਣਾ ਹੈ। ਇਸ਼ਟ ਦਾ ਮੰਗਲ ਹੈ ਮੂਲ ਮੰਤਰ ਦਾ ਸੰਖਿਪਤ ਸਵਰੂਪ ਜੋ ਸੈਂਕੜੇ ਵਾਰ ਬਾਣੀ 'ਚ ਆਉਂਦਾ ਆ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਵਹਿਦ ਇੱਕ ਹੈ, ਓਨਲੀ ਐਂਡ ਓਨਲੀ ਵਨ। ਉਹਦਾ ਰੂਪ ਸਰੂਪ ਹੈ ਓਂਕਾਰ। ਓ ਮੀਨ ਅਵਿਥ, ਯੂਨੀਵਰਸਿਟੀ ਕਹਿੰਦੇ ਵਿਦਾਊਟ ਐਨੀ ਗੈਪ। ਅੰਗ ਮੀਨ ਇੱਕ ਰਸ, ਐਕੂਰੇਟਲੀ। ਕਾਰ ਮੀਨ ਲਗਾਤਾਰ, ਕੰਟੀਨਿਊਸਲੀ। ਉਹ ਹਸਤੀ ਜੋ ਲਗਾਤਾਰਤਾ ਦੇ ਨਾਲ ਨਿਰਗੁਣ ਸਰੂਪ ਹੋ ਕੇ ਰਵ ਰਹੀ ਹੈ, ਵਰਤ ਰਹੀ ਹੈ। ਸਤਿਗੁਰ ਪ੍ਰਸਾਦ ਇਸ ਹਸਤੀ ਦੇ ਨਾਲ ਕੌਨਸ਼ੀਅਸ ਲੈਵਲ ਤੇ ਹੈ ਤੇ ਉਹੀ ਹੈ। ਓਂਕਾਰ ਦੇ ਸਭ ਆਕਾਰ ਆ, ਉਹਦੇ ਵਿੱਚ ਹੀ ਆ ਰਿਹਾ, ਉਹਦੇ 'ਚ ਹੀ ਹਮਾ ਰਿਹਾ ਹੈ। ਐਜ਼ ਏ ਹਿਊਮਨ ਜੇ ਅਸੀਂ ਇਹਦੇ ਬਾਬਤ ਅਵੇਅਰ ਹੋਈਏ, ਕੌਨਸ਼ੀਅਸ ਹੋਈਏ, ਸਾਡਾ ਜੀਵਨ ਓਂਕਾਰ ਮਈ ਹੋ ਜਾਏਗਾ, ਉਹਦੇ ਵਰਗਾ ਹੋ ਜਾਏਗਾ। ਉਸ ਨੂੰ ਅਸੀਂ ਮਾਣ ਪਾਵਾਂਗੇ। ਪਰ ਇਹਦੇ ਲਈ ਵਿਜ਼ਨ ਕਿਵੇਂ ਮਿਲੇ? ਹਾਊ ਟੂ ਗੈਟ ਦੈਟ ਕਾਈਂਡ ਆਫ ਵਿਜ਼ਨ? ਬਾਬਾ ਜੀ ਸੇਇੰਗ ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੀ ਪ੍ਰਸਾਦੀਅਤ, ਨਵਾਜੀਸ਼ ਬਖਸ਼ਿਸ਼। ਜੋ ਇੱਥੇ ਗੁਰੂ ਦਾ ਮਤਲਬ ਇੱਕ ਇੰਸਟੀਟਿਊਸ਼ਨ ਆ, ਇੱਕ ਐਸਾ ਜੀਵਨ ਜੀਣ ਦਾ ਢੰਗ ਤਰੀਕਾ ਜੋ ਬੜਾ ਹੀ ਡਿਵਾਈਨ ਲੈਵਲ 'ਤੇ ਲੈ ਆਵੇ ਸਾਨੂੰ। ਅਤੇ ਉਹ ਸਾਡੇ ਬਲੀਵ, ਸਾਡੇ ਵਿਸ਼ਵਾਸ, ਸਾਡੀ ਐਕਸਰਸਾਈਜ਼, ਪ੍ਰੈਕਟਿਸ ਸਾਰੇ ਕਾਸੇ 'ਚ ਹੀ ਆਏਗਾ। ਅਤੇ ਉਹਦੀ ਸ਼ੁਰੂਆਤ ਸ਼ਬਦ ਹੈ। ਅੱਗੇ ਸ਼ਬਦ ਦੀ ਸਿੱਖਿਆ ਆ, ਅੱਗੇ ਉਹ ਸ਼ਬਦ ਦਾ ਆਚਾਰ ਵਿਹਾਰ ਆ, ਫਿਰ ਉਹ ਲਾਈਫ ਹੈ, ਇੰਡੀਵਿਜੂਅਲ ਸ਼ਖਸੀ ਲਾਈਫ ਵੀ ਹੈ। ਫਿਰ ਅੱਗੇ
ਕਮਿਊਨਿਟੀ ਲਾਈਫ ਵੀ ਹੈ, ਜਿਹਨੂੰ ਅਸੀਂ ਜ਼ਾਤੀ ਤੇ ਜ਼ਮਾਤੀ ਕਹਿੰਦੇ, ਸਾਰੇ 'ਚ ਗੁਰੂ ਰੱਬ ਦਾ ਆ। ਸੋ ਇਸ ਰੂਪ ਵਿੱਚ ਫਿਰ ਉਹ ਸਤਿਗੁਰੂ ਪ੍ਰਸਾਦ, ਜਦੋਂ ਸਤਿਗੁਰੂ ਉਸ ਲੈਵਲ 'ਤੇ ਰੱਬ ਦਾ ਸਾਡੇ ਜੀਵਨ ਵਿੱਚ, ਤੁਸੀਂ ਉਸ ਪ੍ਰਸਾਦ ਦੇ ਮਾਲਕ ਪਾਤਰ ਬਣ ਪਾਉਂਦੇ। ਇਹਦੇ ਨਾਲ ਅਸੀਂ ਓਂਕਾਰ ਨਾਲ ਸਾਂਝ ਪਾਉਂਦੇ। ਅੱਗੇ ਵਾਕ ਪ੍ਰਾਰੰਭ ਹੋ ਰਿਹਾ ਹੈ। ਹਾਲਾਂਕਿ ਸਰਨਾਮੇ 'ਚ ਛੰਤ ਆਇਆ, ਪਰ ਇਹਦੀ ਸ਼ੁਰੂਆਤ ਜਿਵੇਂ ਇਸ਼ਟ ਦਾ ਮੰਗਲ ਆਪਾਂ ਕਰ ਰਹੇ ਸੀ, ਓਂਕਾਰ ਸਤਿਗੁਰ ਪ੍ਰਸਾਦ, ਇਸ ਛੰਤ ਦਾ ਵੀ ਇੱਕ ਮੰਗਲ ਹੈ ਜੋ ਇੱਕ ਸਲੋਕ ਦੇ ਰੂਪ ਵਿੱਚ ਆ ਰਿਹਾ ਹੈ। ਸੋ ਇਸ ਤਰ੍ਹਾਂ ਕਹਿ ਲਓ ਕਿ ਸਲੋਕ ਦੇ ਵਿੱਚ ਗੁਰੂ ਬਾਬਾ ਜੀ, ਜਿਵੇਂ ਆਪਾਂ ਕਿਸੇ ਮਕਾਨ ਵਿੱਚ ਜਾ ਰਹੇ ਹੋਈਏ, ਜਿਵੇਂ ਦਰਬਾਰ ਸਾਹਿਬ ਜਾਓ, ਦਰਬਾਰ ਸਾਹਿਬ ਦੀ ਡਿਊਟੀ ਤੋਂ ਪਤਾ ਲੱਗਦਾ ਹੈ ਇੱਕ ਐਸੀ ਜਗ੍ਹਾ ਆ। ਤੁਸੀਂ ਉਹਦੀ ਡਿਊਟੀ ਤੋਂ ਅੰਦਾਜ਼ਾ ਲਾ ਲੈਂਦੇ ਹੋ ਵੀ ਜਗ੍ਹਾ ਅੱਗੇ ਕੈਸੀ ਹੋਏਗੀ। ਦਰ ਤੋਂ ਘਰ ਦਾ ਪਤਾ ਲੱਗ ਜਾਂਦਾ ਹੈ। ਸੋ ਇਸ ਛੰਤ ਦਾ ਦਰ ਜੋ ਹੈ, ਛੰਤ ਤੇ ਪੂਰਾ ਕਾਰਿਆ, ਦਰ ਹੈ ਸਲੋਕ। ਇਸ ਸਲੋਕ ਤੋਂ ਪਤਾ ਲੱਗੇਗਾ ਕਿ ਐਕਚੁਅਲੀ ਜਿਹੜੀ ਅਗਲੀ ਰਚਨਾ ਹੈ ਕੀ ਕਹਿ ਰਹੀ ਹੈ। ਸਭ ਬਿਆਨ ਕਰਦੇ, ਸ਼ਲੋਕ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅਨ ਦਿਨ ਨੀਤ। ਇਹ ਅੰਦਰ ਦੀ ਬੇਬਲਤਾ, ਕ੍ਰੇਵਿੰਗ, ਉਹਨੂੰ ਬਿਆਨ ਕਰਦਾ ਹੈ। ਇਹ ਦੱਸਦਾ ਆ ਮੇਰੇ ਅੰਦਰ ਦੀ ਤੜਪਣਾ ਕੀ ਹੈ, ਮੈਂ ਕੀ ਚਾਹ ਰਿਹਾ ਵਾਂ। ਦਰਸ਼ਨ ਪਿਆਸੀ ਦਿਨ ਸਰਾਤ, ਹੈ ਪਰਿਪੂਰਨ ਤੇਰੇ ਦੀਦਾਰ ਦੀ ਪਿਆਸ ਰਾਤ ਦਿਨ ਲੱਗੀ। ਕੋਈ ਸਮਾਂ ਤੇ ਹੋਏ ਜਦੋਂ ਤੇਰੀ ਬੇਬਲਤਾ ਨਾ ਹੋਏ, ਤੇਰੇ ਬਾਬਤ ਮੇਰੇ ਅੰਦਰ ਕ੍ਰੇਵਿੰਗ ਨਾ ਹੋਏ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅਨ ਦਿਨ ਨੀਤ। ਚਿਤਵੋਂ ਹੁੰਦਾ ਆ ਸਕੀਮਾਂ ਕੱਢਣੀਆਂ। ਹਰ ਵਕਤ ਜਿਸ ਦਿਨ ਤੁਸੀਂ ਬਹੁਤ ਚਿਤਵਦੇ ਹੋ, ਤੁਸੀਂ ਉਹਦੇ ਬਾਰੇ ਕੁਝ ਨਾ ਕੁਝ ਹਰ ਵਕਤ ਚਿਤਵਦੇ ਰਹਿੰਦੇ ਹੋ, ਸਕੀਮਾਂ ਬਣਾਉਂਦੇ ਰਹਿੰਦੇ ਹੋ। ਇਸ ਰੂਪ ਦੇ ਅੰਦਰ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ। ਜਿਵੇਂ ਇਹ ਚੀਜ਼ਾਂ ਬਹੁਤ ਕੰਪਲੈਕਸ ਵੀ ਹੋ ਜਾਂਦੀਆਂ ਨੇ ਕਈ ਵਾਰੀ ਦੇਖੀਏ ਤੇ। ਨੋ ਡਾਊਟ ਪਿਛਲੇ ਆਲਮੋਸਟ ਲੰਬੇ ਸਮੇਂ ਤੋਂ ਬੀਇੰਗ ਏ ਸਿੱਖ ਬਿਲੀਵਰ, ਬੀਇੰਗ ਏ ਸਿੱਖ ਮੈਂਬਰ ਆਫ ਸਿੱਖ ਕਮਿਊਨਿਟੀ, ਸਟਰਗਲ ਬੜੀ ਰਹੀ ਹੈ ਸਾਡੀ। ਮਤਲਬ 47 ਤੋਂ ਪਹਿਲਾਂ ਵੀ ਲੈ ਲਓ, 47 ਲੈ ਲਓ, ਫਿਰ ਲਗਾਤਾਰ ਫਿਰ 1984 ਆ ਗਿਆ, ਫਿਰ ਸਟਰਗਲ ਹੀ ਚੱਲਦੀ ਲਗਾਤਾਰ। ਇਹਦੇ ਨਾਲ ਬੰਦਾ ਜੇ ਉਹਨੂੰ ਪ੍ਰੋਪਰ ਤਰੀਕੇ ਨਾਲ ਐਡਰੈਸ ਨਾ ਕਰੇ, ਉਹ ਸਾਰੇ ਆਪਣੇ ਅੰਦਰ ਜੋ ਚੱਲ ਰਿਹਾ ਹੈ, ਤੇ ਕਈ ਵਾਰੀ ਉਹਨੂੰ ਆਪਣੀ ਜ਼ਾਤੀ ਜ਼ਿੰਦਗੀ 'ਚ ਪਤਾ ਨਹੀਂ ਲੱਗਦਾ ਵੀ ਖਲਬਲੀ ਕਿਉਂ ਇੰਨੀ ਪੈਦਾ ਹੋ ਰਹੀ ਹੈ। ਅਸਲ ਜਿਹਦੇ ਪਿੱਛੇ ਰੂਟਸ ਕਿਤੇ ਪਿੱਛੇ ਡੀਪ ਲੈਵਲ 'ਤੇ ਆ ਰਹੇ ਹੁੰਦੇ ਨੇ, ਜਿਹਨੂੰ ਅੱਜ ਕੱਲ੍ਹ ਇੱਥੇ ਐਬਰੀਜਨਸ ਕਮਿਊਨਿਟੀ ਨੇ ਬੜੇ ਸੋਹਣੇ ਢੰਗ ਨਾਲ ਐਡਰੈਸ ਕੀਤਾ, ਜਦੋਂ ਕੈਨੇਡੀਅਨ ਸਿਸਟਮ ਨਾਲ ਉਹਨਾਂ ਨੇ ਆਪਣੇ ਆਪ ਨੂੰ ਦੱਸਿਆ ਕਿ ਸਾਡੀਆਂ ਮੁਸ਼ਕਿਲਾਂ ਕਿੱਥੋਂ ਆ ਰਹੀਆਂ। ਰੀਸੈਂਟਲੀ ਦੀ ਬਾਤ ਕਰੀਏ ਤੇ ਰੀਸੈਂਟਲੀ ਜਿਹੜੀ ਫਾਰਮਰ ਸਟਰਗਲ ਹੋਈ ਸਾਰੇ ਦੀ ਸਾਰੀ, ਤੇ ਮੈਂ ਤੇ ਮਤਲਬ ਸੈਂਕੜੇ ਨਾਮ ਹੀ ਕਹਾਂ ਤੇ ਦਰਜਨਾਂ ਇਹੋ ਜਿਹੇ ਕੇਸਿਸ ਨੂੰ ਦੇਖਿਆ, ਲੋਕਾਂ ਨੂੰ ਮਿਲਿਆ ਕਾਉਂਸਲਿੰਗ ਦੇ ਦੌਰਾਨ, ਜਿਹੜੇ ਲੋਕ ਮੈਨੂੰ ਇਹ ਦੱਸਦੇ ਵੀ ਨਾ ਮੈਨੂੰ ਤੇ ਰਾਤ ਨੂੰ ਨੀਂਦ ਹੀ ਨਹੀਂ ਆਉਂਦੀ। ਤੁਸੀਂ ਭਾਈ ਸਾਹਿਬ ਹੈਰਾਨ ਹੋਵੋਗੇ, ਮੈਂ ਤੇ ਇਹੀ ਸੋਚੀ ਜਾਂਦਾ ਵਾਂ ਕਿ ਜੇ ਕਿਤੇ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪੁੱਤਰ ਵੀ ਕਾਬਲ ਹੋ ਜਾਂਦਾ ਤੇ ਸਾਡੀ ਇਹ ਸਿਚੁਏਸ਼ਨ ਨਹੀਂ ਸੀ ਹੋਣੀ। ਜੇ ਕਿਤੇ ਸਾਡੇ 47 ਦੇ ਸਮੇਂ ਲੀਡਰ ਕਿਤੇ ਆਹ ਕੰਮ ਕਰ ਜਾਂਦੇ। ਇਹਨੂੰ ਕਹਿੰਦੇ ਨੇ ਸਕੀਮਾਂ ਕੱਢਦੀਆਂ, ਚਿਤਵਣਾ, ਚਿਤਵੀ ਜਾਣਾ। ਪਤਾ ਵੀ ਇਹਦਾ ਕੁਛ ਨਹੀਂ ਹੋਣਾ, ਇਹ ਦਿਮਾਗ ਦੇ ਘੋੜੇ ਦੌੜਾ ਰਿਹਾ, ਨਾ ਟਾਈਮ ਨੂੰ ਰਿਵਾਈਂਡ ਕਰਕੇ ਉੱਥੇ ਲਿਜਾ ਸਕਦਾ ਆ, ਨਾ ਉਸ ਸਮੇਂ ਨੂੰ ਬਦਲ ਸਕਦਾ ਆ, ਪਰ ਚਿਤਵਣੀ ਹੈ। ਇਹ ਰੂਪ ਜਿਹੜਾ ਆ, ਇਹ ਬੰਦੇ ਨੂੰ ਚੈਨ ਨਾਲ ਨਹੀਂ ਬਹਿਣ ਦਿੰਦਾ। ਬੰਦਾ ਸਭ ਕਾਸੇ ਨੂੰ ਫਿਕਸ ਕਰਨਾ ਚਾਹੁੰਦਾ ਆ, ਤੇ ਫਿਕਸ ਵੀ ਕਰਨਾ ਚਾਹੁੰਦਾ ਆ ਬਿਲਕੁਲ ਸਹੀ। ਉਹ ਜਿਹੜਾ ਬਹੁਤ ਸਹੀ ਕਰਨ ਦੇ ਚੱਕਰ ਦੇ ਵਿੱਚ, ਬਿਲਕੁਲ ਠੀਕ ਕਰਨ ਦੇ ਚੱਕਰ ਦੇ ਵਿੱਚ, ਫਿਰ ਬੰਦੇ ਦੇ ਅੰਦਰ ਬਹੁਤ ਕੁਛ ਚੀਜ਼ਾਂ ਚੱਲਦੀਆਂ। ਅਧਿਆਤਮੀ ਤਲ ਤੇ ਵੀ ਜਦੋਂ ਅਸੀਂ ਕਰੀਏ ਨਾ ਗੱਲ, ਦੇਖੋ ਆਪ ਧਾਰਮਿਕ ਲਿਟਰੇਚਰ ਪੜ੍ਹੋ ਖੂਬ ਸਾਰਾ, ਤੇ ਸਾਰੇ ਧਾਰਮਿਕ ਲਿਟਰੇਚਰ ਦਾ ਜਿਹੜਾ ਲੱਭੋ ਲਬਾਬ ਆ, ਕਨਕਲੂਸ਼ਨ ਆ, ਨਿਚੋੜ ਆ, ਉਹ ਨਿਕਲੇਗਾ ਰੱਬ। ਬੰਦਾ ਕਹੇਗਾ ਭਈ ਮੈਂ ਰੱਬ ਨੂੰ ਮਿਲਣਾ ਚਾਹੁੰਦਾ। ਹੁਣ ਉਹ ਰੱਬ ਨੂੰ ਮਿਲਣ ਦਾ, ਰੱਬ ਨੂੰ ਪ੍ਰਾਪਤ ਕਰਨ ਦਾ, ਰੱਬ ਤੱਕ ਪਹੁੰਚਣ ਦਾ, ਫਿਰ ਤੋਂ ਚਿਤਵਣੀ ਵੀ ਆਏਗੀ, ਸਕੀਮਾਂ ਵੀ ਆਉਣਗੀਆਂ। ਫਿਰ ਤੋਂ ਬੰਦੇ ਨੂੰ ਇਹ ਵੀ ਲੱਗੇਗਾ ਹਾਂ ਭਾਈ ਹੋ ਸਕਦਾ ਹੈ ਬੰਦਾ ਜੋਗੀ ਬਣ ਕੇ ਰੱਬ ਨੂੰ ਪ੍ਰਾਪਤ ਕਰ ਲਏ,
हो सकता है कोई स्पैसीफिक रिलीजीਅस एक्सरसाइज करके रब नूं पा ले। तो सारी बाणी 'च भरिया पिया। इसे करके महाराज ने कहा सी पूजा अकाल दी पर परचा शब्द दा। देख पूजन योग तो अकाल ही है, पर उसकी मूर्ति नहीं बनेगी कोई कभी भी। अकाल तो है ही, अकाल मूर्त, उसकी मूर्ति किवें बनाओगे? परचा शब्द दा ते शब्द के रूप दे शब्द गुरु दे दिता। इसनूं तू 100% बिलीव दे नाल पढ़ी ते समझी, तेरियां चितवड़ियां बदलणगियां। फिर चितवड़ी ये नहीं होएगी कि हो मैं ना रब नूं पाउण वास्ते की बना, जोगी बन जा, की करा मैं तपस्या करन लग जावां, की बना की, ये सारियां चीज़ां। फिर हौली हौली जिहड़ी मनुखी मन की दशा आ, उहदे च एक ट्रांसफॉर्मेशन आएगी, तब्दीली आएगी। तो इन्हां सब चीज़ों बंदा रूल आउट कर देगा। फिर उत्थे आ जाएगा जिथे जाके पता लगेगा हुक्म रजाई चलना नानक लिखिया नाल, रजा च राजी रहो। जिन्ना तेरे हिस्से च रोल आया तो उन्ना ही प्ले करना बस। जिन्नी तेनू मदर नेचर ने एबिलिटी दी तेरी उन्नी एबिलिटी ही तू कर सकता है। तो वह एबिलिटी किते ज़्यादा नहीं गी, सिर्फ एक साह दे विच है तेरे को। पिछला साह चला गया, अगला हाली पता कोई नहीं, आही है बस। हुण विच रह, स्टे इन प्रेजेंट, हेयर एंड नाउ, पे अटेंशन वट इज नैसेसरी एट प्रेजेंट। हुण इत्थे फिर सिमरन आ जाता। इत्थे फिर बंदा बिल्कुल यथार्थ उस धरातल ते आ जाता। गुरु महाराज हालांकि बड़े मैटाफोरिक वे दे नाल ते बड़े सफिस्टिकेटेड अलंकृत भाव दे नाल महाराज ने बाणी सारी रची है। उहदा वड्डा रीजन यह है जिहड़ा ह्यूमन माइंड आ, इसनूं जिहड़ा तिलिस्म आ, जिन्हों असीं हिप्नोसिज्म कह लीए या मिसमराइज करने वाले समान कह लीए, चीज़ां कह लीए, वो इसनूं बहुत प्रभावित करदियां ते वो अपने जिहड़ी उन्हां दी चमक आ उहदे च मन गवाच जांदा। जदों मन उहदे च गवाच जांदा आ फिर वो अपना वजूद ही भुल जाता है कि मैं की करना है ते किस रूप में जिहड़ा है चीज़ां नूं मानना है जीवन दे विच। आप एहसास करो रब तक पहुँचना आ, रब की आस्था करनी है, पर मेरा मन सच बोलण तो डरी जाता। कैसी भगती है मेरी। हुण बड़ियां वड्डियां वड्डियां मैं गल्लां कर ला, फलसफे घोट लवां, फिलोसफी पढ़ लवां, सब कुछ। जिथे रिलेशनशिप डीलिंग की गल आए उत्थे माड़ा जिहा भी मतलब जिहड़ा मेरे वालों वरताव सही होना चाहिए उत्थे मैं कर नहीं पा रहा। हुण ये छोटियां ये सारी बाणी कहती बंदे दौड़ना इधर उधर, मृग तृष्णा ने कुछ नहीं देना तेनों। जो कुदरत ने तेनों रोल दिता उस रोल च तू जीना, उन्होंने सही तरह प्ले कर वधिया। दर्शन रब दे कित्थों होणगे? दर्शन ही तो है ना चार चुफेरे, वही तो है। सब गोबिंद है, सब गोबिंद है, गोबिंद बिन नहीं कोई। उस तो बिना तो कुछ है ही नहीं गा। जे मैं अपने आप नूं गोबिंद रूप में वेखांगा तो डेफिनेटली इस एनर्जी नूं चंगे पासे लावांगा, जिहड़ा काम करन योगा करांगा। इन बिन जिहड़ परिवार आ गोबिंद रूप दिसेगा, मैनूं रब की जोत दिसेगी, डेफिनेटली उसकी सेवा च लगांगा। जिहड़ा धर्म होया, धर्म इस तरह होया, लोगों ने जिन्हों साहब ने कहा कि माऊ पीओ किरत गवावन टब्बर टब्बर रोवण ताही, भेडा वांगी सुरखियो हांड रब भरियन हथ सवाही। भी हद हो गई। रब नूं लभण दे चक्कर दे च बंदा माँ बाप नूं छड्ड गया, माँ बाप दे कामकार जिम्मेवारियां छड्ड गया। टब्बर रोवण ताही, आप जोगी बन के पहाड़ां च रब लभदा फिरदा, बेचारे टब्बर पिछे रोंदे फिरदे ने। रिनाउंसेशन हो गई संसार दी। महाराज कहते कैसियां गल्लां ने। इत्थे बाबा जी दा बचन असीं पढ़ रहे हैं, दर्शन प्यासी दिनस रात। महाराज जे कोई दर्शनां दी प्यास च एवें बेहबलता दे विच भजिया फिरेगा फिर किधर जाएगा? साहब कहंदे चेते रखी, जिवें असीं शब्द पढ़दे हाँ,
ज्यों कस्तूरी मिर्ग न जाना भरम दा भरम भुलाया। जिवें मिर्ग दी नाभ दे विच कस्तूरी है ते जिवें उहदी खुशबू वधदी, इस तरह जानो असी मोस्टली आत्मक नींद च हुन्ने आ। जे किते थोड़ी जी जाग आ जाए तो बंदा आत्म भ्रांति च आ जाता है, मतलब द्वंदवादी। असूल भी चंगा लगता है, गैर असूली जीवन भी जी जा रहा है, अजीब भरम आ भटकना। ਇਹਦੇ ਵਿੱਚ फिर जो बंदा तुरदा है लंबा समा नहीं तुर सकता, ਇਹਦੇ ਚ या तो बंदा पागल हो जाता है। आप देखोगे बड़े बड़े दानिशमंदां दी असीं गल्लां करते हैं कई बारी, इन्नी छोटी उम्र दे विच एक पूरी दुनिया का नज़रिया बदल देना। मतलब ये कि एक पूरे का पूरा महा जिहड़ा हैगा ਸਾਹਿਤ लिख दिता तो लूणा के करैक्टर नूं बदल दिता। मैं शिव कुमार बटालवी की गल कर रहा। लोग उन्होंने कलप्रिट मानते सी भी ये कलप्रिट है, इसने पूरण नूं जिहड़ा हैगा वो कहंदा नहीं, कलप्रिट ते वो राजा आ जिसनूं इहदा एहसास नहीं गा कि अपने बच्ची ते अपनी नूंह दी उम्र दी औरत विआह के घर लिया रहा। किड्डी महीम सोच आ। अज सोसाइटी फैमिनिन राइट्स बारे सोच रही है, जो रचना कर रहे हो उदों इस लैवल ते ना फैमिनिन मूवमेंट चल रही है, कुछ नहीं, नथिंग। दैट थॉट इज कमिंग कंप्लीटली फ्रॉम हिज ओन माइंड। तो कला ये नहीं गा जे किते लफ्ज़ां दे मतलब वो हेच मेचदा आ, उन्हां दे इस तरह कह लो कि जो लफ्ज़ां नूं परोंदा आ। तुसीं देखो, तुसीं भी कंडियाली थोर देखी होनी बड़ी वारी, जिस दिन उन्हें वेखी एक लम्मा गीत लिख मारिया। पर होया कि होया ये कि आत्म भ्रांति, जदों वेखदा नरोल सच दिसदा, नरोल सच नूं बर्दाश्त ना कर पाउंदा तो फिर की करदा, नशा पीण लग जांदा। तो इन्नी छोटी उम्र दे विच नशा पी के मर गया। ਇਹੋ ਜਿਹੇ बहुत लोग मिल जाएंगे ਤੁਹਾਨੂੰ। सो ये है कि ਜਦੋਂ एक लैवल ਤੇ एक चेटक लगे, एक एहसास आवे, ਬੰਦੇ ਦਾ अंदर फिर टिक नहीं सकता। तो वो ना टिकण ਦਾ लैवल फिर ये ਹੁੰਦਾ कि ਬੰਦਾ सज्जे खब्बे हथ मारदा। आप इस तरह भी एहसास करो, ਜਿਹੜੀ ਹਿਊਮਨ बॉडी है ये पानी ਦੇ ਵਿੱਚ ਮਾੜੀ ਜੀ ਵੀ ਐਫਰਟ ਪਾਉਣ ਦੀ ਲੋੜ ਨਹੀਂ, ਫਲੋਟ ਕਰ ਸਕਦੀ ਹੈ बड़े आराम ਨਾਲ। पर जिवें ही पानी दे विच शरीर जांदा ते शरीर एकदम काला पै जांदा, काला पै के विच ही सिंक हो जाता, डुब जाता। ये संसार भवसागर आ, इहदे विच जिहड़ियां साडीआं बहुतायत स्कीमां ने, असीं बहुत तरलो मच्छी हुन्ने आ हर चीज़ लई। असीं हर चीज़ नूं अपने तरीके नाल सही भी करना चाहुंदे आ, सिद्ध भी करना चाहुंदे आ, प्राप्त भी करना चाहुंदे आ, फिर बावले हो जाते हैं। पर हाँ, अंदर एक लगी हुई कशिश आ, अंदर कोई उत्सुकता आ, अंदर कोई क्यूरीअस लैवल है जिहड़ा किते ले जाना चाहुंदा आ, वो कस्तूरी है। भरम दा भरम भुलाया, वो भटक रहा। गुरु बाबा जी ने कहा इस भटकना नूं टका, कित्थे टकावांगा। इत्थे फिर ना सरगुण भगती आई भारती खिते दे विच। लोकां कहा भी भटकना नूं छड्डो, एक मूर्ति बना लो, ਉਹਦੀ पूजा शुरू कर दो, पत्थर ਨੂੰ पूजन लग जाओ, मूर्ति पूजन लग, रब आप ही मिल जाएगा। बस आस्था क्लीयर हो गई बिल्कुल, ब्याह ही है बस इसे रूप दे विच। ਉਹਦੇ 'ਚ मुश्किल ये बन गई कि गल सहे दी नहीं, गल पए दी है। तुसीं एक बारी कोई ਇਹੋ ਜਿਹੀ ट्रैडिशन शुरू कर दी, ਇਹੋ ਜਿਹੀ कोई ਵਰਤਾਓ शुरू कर दी, गुरु साहब ने जालो ऐसी रीतां मारदियां बंदियां नूं, समाजां नूं, संसार नूं। क्योंकि जिहड़ा तुहाडा अमल आ, जिवें खलील जिब्रान की गल करते हैं, उसने कहा खलील कि पाप मल्टीप्लाई हुंदा आ? वो कहंदा हुंदा आ। कहंदा पुन मल्टीप्लाई हुंदा? कहंदा हुंदा आ। वो कहंदा किवें हुंदा?
ਉਹ ਕਹਿੰਦਾ ਮੈਂ ਦੱਸਦਾ ਤੈਨੂੰ। ਸਪੋਜ਼ ਉਹ ਸ਼ਖਸ ਸਮੋਕਿੰਗ ਕਰ ਰਿਹਾ ਕੋਈ ਸਾਹਮਣੇ ਉਹਦੇ, ਉਹ ਕਹਿੰਦਾ ਇਹ ਸਮੋਕ ਕਰਦਾ, ਦੇਖ ਸਾਹਮਣੇ, ਮਤਲਬ ਜਗਤ ਝੂਠ, ਟਬੈਕੋ ਜਿਹਨੂੰ ਕਹਿੰਦੇ ਹਾਂ ਅਸੀਂ। ਕਹਿੰਦਾ ਇਸ ਨੂੰ ਦੇਖ ਕੇ ਇਹਦਾ ਸਮੋਕ ਕਰਨ ਦਾ ਤਰੀਕਾ, ਸਟਾਈਲ, ਕੁਛ ਵੀ ਕਰ ਲਓ, ਜਾਂ ਇਹ ਉਹਨੂੰ ਮਤਲਬ ਡਿਫੈਂਡ ਕਰਦਾ ਲੋਕਾਂ ਦੇ ਸਾਹਮਣੇ ਕਿ ਭਾਈ ਜਿਹੜਾ ਹੈ ਇਹ ਨਿਕੋਟੀਨ ਲੈ ਕੇ ਬੰਦੇ ਦੀ ਜਿਹੜੀ ਹੈ ਫੋਕਸ ਵੱਧ ਜਾਂਦਾ, ਕੰਮ ਦੀ ਪਰਫੋਰਮੈਂਸ ਵੱਧ ਜਾਂਦੀ, ਇਸ ਕਿਸਮ ਦੇ ਨਾਲ। ਦੂਸਰਾ ਬੰਦਾ ਲੱਗ ਗਿਆ, ਤੀਸਰਾ ਲੱਗ ਗਿਆ, ਚੌਥਾ ਲੱਗ ਗਿਆ, ਤੀਸਰੇ ਨੂੰ ਲੱਗ ਕੇ ਇੱਕ ਚੌਥਾ ਹੋਰ ਲੱਗ ਗਿਆ, ਚੌਥੇ ਨੂੰ ਵੇਖ ਕੇ ਇੱਕ ਹੋਰ ਲੱਗ ਗਿਆ। ਚੇਨ ਰਿਐਕਸ਼ਨ, ਜਿਹਨੂੰ ਅਸੀਂ ਰਿਪਲ ਇਫੈਕਟ ਕਹਿੰਦੇ ਹਾਂ, ਹੈ ਨਾ। ਪਾਣੀ 'ਚ ਤੁਸੀਂ ਐਵੇਂ ਸੁੱਟ ਦਿਓ ਅਤੇ ਪਾਣੀ ਨਾਲ ਇੱਕ ਤਰੰਗ ਉੱਠਦੀ ਹੈ, ਦੂਜੀ, ਤੀਜੀ, ਚੌਥੀ, ਕਿਨਾਰੇ ਤੱਕ ਜਾਂਦਿਆਂ ਤੱਕ ਲੱਖਾਂ ਹੀ ਤਰੰਗਾਂ ਤੁਰ ਪੈਂਦੀਆਂ ਨੇ। ਕਹਿੰਦਾ ਹੈ ਇਹ ਉਹਦੇ ਨਾਲ ਮਲਟੀਪਲੀਕੇਸ਼ਨ ਆ। ਹੋਏਗਾ ਕਿ ਜਿਹੜਾ ਬੰਦਾ ਪਹਿਲੇ ਜਿਹਨੇ ਸ਼ੁਰੂਆਤ ਕੀਤੀ ਉਸ ਨੂੰ ਕੋਈ ਸਾਲ, ਕੋਈ 6 ਮਹੀਨੇ, ਕੋਈ 2 ਮਹੀਨੇ, 4 ਮਹੀਨੇ ਬਾਅਦ ਪਤਾ ਲੱਗਾ ਉਹ ਹੋ ਇਹ ਤਾਂ ਬੜੀ ਮਾੜੀ ਗੱਲ ਆ, ਲੰਗਸ ਖਰਾਬ ਹੋ ਜਾਂਦੇ ਬੰਦੇ ਦੇ, ਬੰਦੇ ਦੀ ਲਾਈਫ ਜਿਹੜੀ ਹੈ ਉਹ ਖਰਾਬ ਹੋ ਜਾਂਦੀ, ਦਿਮਾਗ ਖਰਾਬ ਹੋ ਜਾਂਦਾ, ਪਰਿਵਾਰ ਖਰਾਬ ਹੋ ਜਾਂਦਾ। ਨਾ ਨਾ ਨਾ, ਆਪਾਂ ਨਹੀਂ ਇਹ ਕੰਮ ਕਰਨਾ, ਬਿਲਕੁਲ ਕੁਇਟ ਕਰਤਾ। ਹੋਇਆ ਕੀ? ਕਹਿੰਦਾ ਰਿਪਲ ਇਫੈਕਟ ਥੋੜਾ ਘਟ ਗਿਆ। ਉਹ ਤੇ ਜੋ ਉਹਨੂੰ ਵੇਖ ਕੇ ਅਗਲਾ ਅਸਲ ਵਿੱਚ ਉਹ ਛੱਡ ਵੀ ਗਿਆ ਤੇ ਥੋੜਾ ਪਾਪ ਦਾ ਅਸਰ ਘਟ ਗਿਆ ਨਾ, ਉਹ ਤੇ ਕਹਿੰਦਾ ਲਗਾਤਾਰ ਵਧੀ ਜਾ ਰਿਹਾ। ਇਸ ਕਰਕੇ ਬੰਦੇ ਨੂੰ ਜਿੰਨੀ ਜਲਦੀ ਹੋ ਸਕੇ ਤੇ ਜਿੰਨੇ ਸਹੀ ਤਰੀਕੇ ਨਾਲ ਉਸ ਨੂੰ ਅਵੇਅਰ ਕੀਤਾ ਜਾਏ ਉਹਦੇ ਆਪਣੇ ਅਮਲ ਅਮਾਲ ਬਾਰੇ। ਜਦੋਂ ਅਸੀਂ ਬਾਤ ਕਰਦੇ ਹਾਂ ਕਿ ਇਹ ਜੀਵਨ ਆ, ਹੁਣ ਆਪ ਦੇਖੋ ਮੈਂ ਬੇਨਤੀ ਕੀਤੀ ਕਿ ਬੰਦਾ ਪੱਥਰ ਪੂਜਣ ਲੱਗ ਜਾਏ, ਠੀਕ ਹੈ ਕਰੇ, ਪਰ ਉਹਦੇ ਨਾਲ ਦੂਜਾ, ਤੀਜਾ, ਚੌਥਾ, ਪੰਜਵਾਂ, ਤੇ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਗਲੈਮਰਾਈਜ਼ ਕਰਕੇ ਰਾਸਾਂ ਪਾਉਣੀਆਂ ਤੇ ਉਹ ਸਭ ਚੀਜ਼ਾਂ ਕਰਨ ਲੱਗ ਜਾਣਾ, ਬੰਦਾ ਅਲਟੀਮੇਟਲੀ ਫਿਰ ਕਿਸੇ ਕਰਮ ਕਾਂਡ 'ਚ ਫਸ ਜਾਂਦਾ। ਜੀਵਨ ਦੀ ਜਿਹੜੀ ਮਨੁੱਖਤਾਵਾਦੀ ਉਸਾਰੀ ਹੈ ਉਹ ਘਟ ਜਾਂਦੀ ਤੇ ਫਿਰ ਘਟਦਿਆਂ ਗਰਕ ਹੀ ਹੋ ਜਾਂਦੀ ਹੈ। ਗੁਰੂ ਬਾਬਾ ਜੀ ਨੇ ਕਿਹਾ ਉਹ ਮੂਰਤੀ ਮਾਂ ਨਹੀਂ, ਪਰ ਮੂਰਤੀ ਮਾਂ ਨਹੀਂ ਸਭ ਖਾਸੇ ਦੇ ਵਿੱਚ, ਜਿਹਨੂੰ ਅਸੀਂ ਗੁਰੂ ਨਾਨਕ ਸਾਹਿਬ ਦੇ ਸ਼ਬਦਾਂ 'ਚ, ਆਰਤੀ ਦੇ ਸ਼ਬਦਾਂ 'ਚ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਦੇਖ ਬੰਦੇ ਆ ਬਹਿਰੂਨੀ ਆਰਤੀ, ਹਾਲਾਂਕਿ ਬਾਬਾ ਜੀ ਕਿਸੇ ਦੀ ਪੂਜਾ ਅਰਚਨਾ ਦੇ ਖਿਲਾਫ ਨਹੀਂ ਗਏ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹਨੇ ਇਜਾਜ਼ਤ ਦਿੱਤੀ, ਕੋਈ ਬੋਲਾ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਈਆਂ, ਕੋਈ ਅੱਲਾਏ, ਭਾਈ ਆਪੋ ਆਪਣੀ ਹੈ ਉਸ ਰੂਪ ਦੇ ਵਿੱਚ। ਗੱਲ ਇਹ ਹੈ ਕਿ ਆਈਡੀਅਲ ਜਿਹੜਾ ਆ ਮਨੁੱਖਤਾ ਵਾਸਤੇ ਉਹ ਇਹ ਹੈ ਕਿ ਮਨੁੱਖ ਅਕਾਲ ਪ੍ਰਸਤ ਹੋਏ। ਕਰਮਕਾਂਡੀ ਜੀਵਨ ਧਾਰਮਿਕ ਜੀਵਨ ਨਹੀਂ ਹੁੰਦਾ। ਧਾਰਮਿਕ ਜੀਵਨ ਤੇ ਆਚਾਰੀ ਜੀਵਨ ਆ, ਵਿਹਾਰੀ ਜੀਵਨ ਆ। ਈਵਨ ਆਪਾਂ ਗੁਰਮਤਿ ਸਕੂਲ ਆਫ ਥਾਟ ਦੀਆਂ ਗੱਲਾਂ ਵੀ ਕਰ ਰਹੇ ਹਾਂ, ਤੇ ਬਾਬਾ ਜੀ ਦੀ ਬਾਣੀ ਇਹ ਕਹਿੰਦੀ ਗੱਲਾਂ ਅਸੀਂ ਚੰਗੀਆਂ, ਹੋ ਸਕਦਾ ਗੱਲਾਂ ਬੜੀਆਂ ਵਧੀਆ ਹੋਣ, ਪਰ ਗੱਲਾਂ ਦਾ ਇਮਤਿਹਾਨ ਨਹੀਂਗਾ, ਇਮਤਿਹਾਨ ਜੀਵਨ ਦਾ ਹੈ। ਆਚਾਰੀ ਬੁਰੀਆਂ ਵੇਖਿਆ ਜਾਏਗਾ, ਆਚਾਰ 'ਚ ਕਿੱਥੇ ਖੜਾ ਤੂੰ, ਵਿਹਾਰ 'ਚ ਕਿੱਥੇ ਖੜਾ, ਸਿਚੁਏਸ਼ਨ 'ਚ ਪਾਵਾਂਗੇ ਫਿਰ ਪਤਾ ਲੱਗਾ ਵਾਕਿਆ 'ਚ ਇਹ ਉੱਥੇ ਪੁੱਗਦਾ ਵੀ ਕਿ ਨਹੀਂ ਪੁੱਗਦਾ। ਹੁਣ ਦਰਸ਼ਨ ਜਿਹੜੇ ਨੇ ਇਹ ਨਾ ਤੇ ਮੂਰਤੀ 'ਚ ਹੋਣੇ ਨੇ, ਨਾ ਗੱਲਾਂ 'ਚ ਹੋਣੇ ਨੇ, ਇਹ ਹੋਣੇ ਨੇ ਆਚਾਰ 'ਚ। ਤੇ ਆਚਾਰ ਕਿਸੇ ਹੋਰ ਦਾ ਨਾ ਪਰਖੀ, ਜੱਜ ਨਾ ਕਰੀ, ਬਲਕਿ ਆਪ ਐਸਾ ਆਚਾਰ ਜੀਵੀ, ਆਪ ਐਸਾ ਵਿਹਾਰ ਕਰੀ, ਆਪ ਐਸਾ ਜੀਵਨ ਜੀ ਜਿਹਨੂੰ ਮੁੜ ਕੇ ਵੇਖੇ ਨਾ ਤੇ ਲੱਗੇ ਰੱਬਾ ਵਸਤੂ ਹੀ ਹੈ ਕਰਨ ਵਾਲਾ, ਦਰਸ਼ਨ ਹੋ ਜਾਣ ਉਹਦੇ। ਹੋਪ ਗੱਲ ਪਕੜ ਚਾਹੀ ਹੋਏਗੀ। ਇਸ ਦਰਸ਼ਨ ਦੀ ਬਾਬਾ ਜੀ ਬਾਤ ਕਰਦੇ, ਇਹਦੀ ਪਿਆਸ ਆ। ਮਾਲਕ ਤੂੰ ਕਿਹਾ ਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਬਸ ਇਹਨੂੰ ਵੇਖਣ ਦੀ ਇੱਛਾ ਹੀ ਹੈ, ਇਸ ਜੋਤ ਨੂੰ ਵੇਖ ਸਕਾਂ ਮੈਂ, ਇਸ ਮਨ ਨੂੰ ਜੋਤ ਦੇ ਲੈਵਲ ਤੇ ਅਹਿਸਾਸ ਸਕਾਂ ਮੈਂ, ਮੈਨੂੰ ਅਹਿਸਾਸ ਹੋ ਸਕੇ ਵੀ ਉਹ ਮੇਰੇ ਅੰਗ ਸੰਗ ਹੈ, ਉਹੀ ਤੇ ਹੈ ਸਭ ਕੁਝ ਵਰਤ ਰਿਹਾ, ਓੰਕਾਰ, ਮੈਨੂੰ ਇਹਦੇ ਦੀਦਾਰ ਕਰਾ। ਇਹਦੀਆਂ ਸਕੀਮਾਂ ਕੱਢ ਰਿਹਾ। ਇੱਥੇ ਫਿਰ ਸਕੀਮ ਕੱਢਣੀ ਵੀ ਠੀਕ ਹੋ ਜਾਂਦੀ ਹੈ, ਕਿਉਂਕਿ ਇਹ ਰੀਅਲਿਸਟਿਕ ਲੈਵਲ ਤੇ ਬੰਦਾ ਉਹ ਤੋਂ ਟੁੱਟ ਨਹੀਂ ਨਾ, ਰਿਐਲਿਟੀ ਤੋਂ ਟੁੱਟ ਨਹੀਂ ਰਿਹਾ। ਇਹਨੂੰ ਬਾਬਾ ਜੀ ਕਹਿੰਦੇ ਦਰਸ਼ਨ ਪਿਆਸੀ ਦਿਨ ਸਰਾਤ ਜਿਤੋਂ ਅੰਧਿਨ ਨੀਤ, ਖੋਲ ਕਪਾਟ ਗੁਰਮੇਲੀਆ। ਕਪਾਟ ਇਹਨੂੰ ਆਮ ਕਰਕੇ ਕਪਟ ਪੜ੍ਹ ਦਿੱਤਾ ਜਾਂਦਾ। ਕਪਟ ਜਿਹੜਾ ਵਰਡ ਆ ਇਹ ਕਹਿ ਲਓ ਮੀਨ ਟਾਈਪ ਆਫ ਬਿਹੇਵੀਅਰ ਆ, ਕਪਟੀ ਬੰਦਾ, ਅੰਦਰੋਂ ਹੋਰ ਬਾਹਰੋਂ ਹੋਰ। ਇਹਦਾ ਜਿਹੜਾ ਬਚਨ ਹੈ ਕਪਾਟ ਦਾ ਮਤਲਬ ਹੁੰਦਾ ਪਟ, ਦਰਵਾਜ਼ੇ।
ਪੰਜਾਬੀ ਜ਼ਬਾਨ ਦਾ ਖਾਸਾ ਆ ਕਿ ਇਹਦੇ 'ਚ ਜਦੋਂ ਦੋ ਲੈਟਰਸ ਆਉਂਦੇ ਬਿਨਾਂ ਮਾਤਰਾ ਤੋਂ, ਉਸ ਤਰ੍ਹਾਂ ਲੱਗਦਾ ਜਿਵੇਂ ਉਹਨਾਂ ਦੇ 'ਚ ਇੱਕ ਇਨਵਿਜ਼ੀਬਲ ਕੰਨਾ ਆਉਂਦਾ, ਆ ਦਾ ਸਾਊਂਡ ਆਉਂਦਾ, ਹੁੰਦਾ ਨਹੀਂ ਗਾ ਪਰ ਬੋਲਣ 'ਚ ਲੱਗਦਾ। ਜਿਵੇਂ ਘੱਗਾ ਰਾਰਾ ਅਸੀਂ ਘਰ ਨਹੀਂ ਪੜ੍ਹਦੇ, ਘਰ ਪੜ੍ਹਦੇ ਹਾਂ, ਅੱਖਰ ਖੁੱਲ੍ਹਦੇ ਨੇ। ਕੱਕਾ ਰਾਰਾ ਕਰ ਨਹੀਂ ਪੜ੍ਹਦੇ, ਆ ਕੰਮ ਕਰ ਨਹੀਂ ਕਰ, ਇੰਝ ਲੱਗਦਾ ਕੰਨਾ ਆ ਰਿਹਾ ਨਾਲ। ਮੈਂ ਡਰ ਗਿਆ, ਨਾ 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 ਇਹ ਬ੍ਰਿਜ ਹੋ ਜਾਏਗੀ। ਮੈਂ ਡਰ ਗਿਆ, ਡੱਡੇ ਨਾਲ ਲੱਗੇ ਕੰਨਾ ਆ ਰਿਹਾ, ਹੈ ਨਹੀਂ ਗਾ, ਇਨਵਿਜ਼ੀਬਲ। ਇਸ ਇਨ ਬਿਨ ਲਫ਼ਜ਼ ਕਪਾਟ ਭਾਵ ਉਹ ਦਰਵਾਜ਼ੇ। ਫਿਰ ਇਹ ਵੀ ਹੈ, ਇਹਦੀ ਹੋਰ ਫਰਦਰ ਵਿਆਖਿਆ ਜਾਵਾਂਗੇ ਨਾ ਸ਼ਬਦ ਕੋਸ਼ਾਂ ਦੇ ਵਿੱਚ ਆ ਉਸ ਤਰੀਕੇ ਨਾਲ। ਕਹਿੰਦੇ ਨੇ ਕਪਾਟ ਉਹ ਹੁੰਦੇ ਨੇ ਜਿਹੜੇ ਆਮ ਦਰਵਾਜ਼ੇ ਨਾਲ ਵੱਖਰੇ ਹੁੰਦੇ ਨੇ, ਜਿਹੜੇ ਬਾਹਰ ਨਹੀਂ ਖੁੱਲ੍ਹਦੇ, ਅੰਦਰ ਨੂੰ ਖੁੱਲ੍ਹਦੇ ਨੇ। ਮਤਲਬ ਬਾਹਰੋਂ ਕਿਸੇ ਨੇ ਕੁੰਡਾ ਨਹੀਂ ਲਾਇਆ, ਇਹ ਮੇਰੇ ਅੰਦਰ ਦੀ ਹੀ ਦੁਨੀਆ ਆ, ਜਿਹਨੇ ਵਿਚਾਰਕ ਦੁਨੀਆ, ਖਿਆਲੀ ਦੁਨੀਆ, ਜਿਹਨੇ ਸਭ ਕੁਝ ਇਹਨੂੰ ਬੰਦ ਕੀਤਾ, ਉਹ ਖੁੱਲ੍ਹ ਗਈ। ਹੁਣ ਖੋਲ ਕਪਾਟ ਗੁਰ ਮੇਲੀਆ, ਤੇ ਇਹ 'ਚ ਮਦਦ ਕੀਤੀ ਗੁਰੂ ਨੇ। ਤੇ ਗੁਰੂ ਆਵਾਜ਼ ਆ, ਸ਼ਬਦ ਪੜ੍ਹਦੇ ਨਾ ਗੁਰਮੁਖ ਨਾਦੰ, ਗੁਰੂ ਆਵਾਜ਼ ਹੀ ਹੈ। ਬੰਦ ਦਰਵਾਜ਼ੇ 'ਚੋਂ ਵੀ ਆਵਾਜ਼ ਪਰਲੇ ਪਾਸੇ ਜਾਂਦੀ ਹੈ। ਸ਼ਬਦ ਆਵਾਜ਼ ਦਿੰਦਾ, ਸ਼ਬਦ ਕਹਿੰਦਾ ਕਰਨਾ ਤੂੰ ਹੈ, ਮੈਂ ਨਹੀਂ ਕਰਨਾ। ਦਰਵਾਜ਼ਾ ਤੂੰ ਹੀ ਬੰਦ ਕੀਤਾ, ਖੋਲ੍ਹਣਾ ਵੀ ਤੂੰ ਹੀ ਹੈ। ਮੈਂ ਤੇ ਤੇਰੀ ਮਦਦ ਕਰ ਸਕਦਾ, ਦੱਸ ਸਕਦਾ ਤੈਨੂੰ ਸ਼ਬਦ ਦੇ ਰੂਪ ਦੇ 'ਚ। ਇਹ ਮਨ ਨੇ ਹੀ ਬਦਲਣਾ ਆ, ਕਿਸੇ ਹੋਰ ਨੇ ਨਹੀਂ ਬਦਲਣਾ। ਇਹਨੂੰ ਸਾਹਿਬ ਨੇ ਇਸ ਤਰ੍ਹਾਂ ਹੀ ਕਿਹਾ ਕਿ ਮਨ ਹੀ ਮਨ ਸਿਓ ਕਹੈ ਕਬੀਰਾ, ਮਨ ਹੀ ਮਨ ਨੂੰ ਸਿੱਖਿਆ ਦੇਗਾ ਕਬੀਰ। ਇਹਦਾ ਟੀਚਰ ਕੋਈ ਹੋਰ ਨਹੀਂ ਗਾ। ਇਸ ਲਈ ਅਕਸਰ ਕਈ ਵਾਰ ਅਸੀਂ ਬੇਨਤੀ ਕਰਦੇ ਹਾਂ, ਸਿੱਖੀ ਦੇ ਸੈਲਫ ਡੂ ਕਿਟ। Be your own prophet, be your own teacher, be your own guide, be your own master. And Baba Ji providing this kind of autonomy, that's why we have Shabad Guru. ਮਹਾਰਾਜ ਕਹਿੰਦੇ ਖੋਲ ਕਪਾਟ, ਗੁਰੂ ਨੇ ਉਹ ਕਪਾਟ ਖਲਵਾਏ। ਔਰ ਗੁਰਮੁਖ ਨਾਦੰ, ਗੁਰਮੁਖ ਵੇਦੰ, ਤੇ ਫਿਰ ਇੰਝ ਲੱਗੇਗਾ ਗੁਰਮੁਖ ਰਿਹਾ ਸਮਾਈ। ਓ ਹੋ ਮੈਂ ਐਵੇਂ ਕਮਲਾ ਰਿਹਾ, ਗੁਰੂ ਤੇ ਹੈ ਹੀ ਅੰਗ ਸੰਗ ਮੇਰੇ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਕਦੋਂ ਸਿਮਰ ਸਿਮਰ ਤਿਸ ਸਦਾ ਸੰਭਾਲੇ। ਜਦੋਂ ਮੇਰੀ ਸਮ੍ਰਿਤੀ 'ਚੋਂ ਆ ਗਿਆ, ਅਹਿਸਾਸ 'ਚ ਆ ਗਿਆ। ਇਸ ਤਰ੍ਹਾਂ ਜਾਣੋ ਆਮ ਜੀਵਨ ਦੇ ਵਿੱਚ ਸਾਡੀ ਬਹੁਤ ਸਾਰੀ ਪ੍ਰੈਕਟਿਸ ਹੈ ਇਹੋ ਜਿਹੀ। ਜਿਵੇਂ ਅਸੀਂ ਕੋਈ ਵੀ, ਸਾਡੀ ਪੇਰੈਂਟਿੰਗ ਲੈ ਲਓ, ਪੇਰੈਂਟਿੰਗ ਲਈ ਕੋਈ ਬੁੱਕ ਨਹੀਂ, ਕੋਈ ਯੂਨੀਵਰਸਲ ਕਿਤਾਬਚਾ ਨਹੀਂ ਤੁਹਾਡੇ ਕੋਲ ਵੀ ਇੱਥੋਂ ਰੂਲ ਫੋਲੋ ਕਰੋ ਤੇ ਕਰ ਲਵੋ। ਕਿਉਂਕਿ ਹਰ ਇੱਕ ਮੂਵਮੈਂਟ, ਹਰ ਇੱਕ ਪਲ, ਹਰ ਇੱਕ ਸਮਾਂ ਜੀਵਨ ਦੇ ਵਿੱਚ ਡਿਫਰੈਂਟ ਹੈ ਕੰਪੇਅਰ ਟੂ ਪਹਿਲੇ ਨਾਲੋਂ। ਇਸ ਤਰ੍ਹਾਂ ਲੈ ਕੇ ਚੱਲੋ। ਬੰਦਾ ਆਪਣੇ ਆਪ ਦੇ ਜਿਹੜਾ ਹੋਲ ਪਰਸੋਨਾ ਹੈ ਨਾ ਬੰਦੇ ਦਾ, ਇਹ ਬਹੁਤ ਕੰਪਲੈਕਸ ਹੈ। ਮਤਲਬ ਜਿਹੜੇ ਸਭ ਤੋਂ ਵੱਡੀ ਔਖੀ ਚੀਜ਼ ਹੈ ਉਹ ਹੈਗੀ ਇਮੋਸ਼ਨਸ। ਇਹਨਾਂ ਨਾਲ ਡੀਲ ਕਰਨਾ ਬਹੁਤ ਕਠਿਨ। ਬੰਦਾ ਤੇ ਆਪਣੇ ਇਮੋਸ਼ਨਸ ਨਾਲ ਡੀਲ ਨਹੀਂ ਕਰ ਸਕਦਾ, ਤੇ ਇੱਕ ਨਵੀਂ ਜ਼ਿੰਦਗੀ ਛੋਟੀ ਜਿਹੀ ਪਨਪ ਰਹੀ ਤੇ ਉਹਦੇ ਇਮੋਸ਼ਨਸ ਉਹਨਾਂ ਨੂੰ ਤੇ ਸਮਝਿਆ ਵੀ ਨਹੀਂ ਜਾ ਸਕਦਾ। ਹੁਣ ਹਾਲਤ ਇਹ ਹੈ, ਉਹ ਇਮੋਸ਼ਨਲੀ ਕਿਸੇ ਹੋਰ ਚੈਪਟਰ ਤੇ, ਆਪਾਂ ਕਿਸੇ ਹੋਰ ਚੈਪਟਰ ਤੇ ਆ। ਇੱਕ ਐਸਾ ਮਿਸਮੈਚ ਹੋ ਰਿਹਾ ਤੇ ਦੋਨਾਂ ਦੇ ਇਮੋਸ਼ਨਸ ਜਿਹੜੇ ਨੇ ਉਹ ਇੱਕ ਤਰ੍ਹਾਂ ਦੇ ਨਾਲ ਸਫਰ ਕਰ ਰਹੇ ਨੇ। ਇਹੀ ਸਫਰਿੰਗ ਹੈ ਰਿਲੇਸ਼ਨਸ਼ਿਪ ਵਿੱਚ, ਹੋਰ ਕੁਝ ਨਹੀਂ ਹੈਗਾ। ਰਿਲੇਸ਼ਨਸ਼ਿਪ ਦੇ ਰੋਣੇ ਜਿਹੜੇ ਹੁੰਦੇ ਨੇ ਨਾ, ਉਹ ਚੀਜ਼ਾਂ ਦੀ ਕਮੀ ਕਰਕੇ ਨਹੀਂ ਹੁੰਦੇ, ਇੱਕ ਦੂਜੇ ਦੇ ਵੈਲ ਵਿਸ਼ਰ ਨਾ ਹੋਣ ਕਰਕੇ ਵੀ ਨਹੀਂ ਹੁੰਦੇ ਨਾ। ਐਵਰੀਵਨ ਇਜ਼ ਵੈਲ ਵਿਸ਼ਰ ਫॉर ਈਚ ਅਦਰ, ਜਾਨ ਵੀ ਦੇਣ ਲਈ ਤਿਆਰ ਹੈ। ਪਰ ਕੀਤਾ ਕੀ ਜਾਏ, they are not getting together, they are not actually coming on the same page. ਉਹਦਾ ਇਮੋਸ਼ਨ, ਉਹ ਏਡੀ ਵੱਡੀ ਵਾਲ ਹੈ, ਕਿਵੇਂ ਰੋਕੀਏ ਉਸ ਨੂੰ, ਕਿਵੇਂ ਤੋੜੀਏ ਉਸ ਨੂੰ। ਇਸ ਲਈ ਕੋਈ ਯੂਨੀਵਰਸਲ ਬੁੱਕ ਨਹੀਂ ਉਹਦੇ ਲਈ। ਫਿਰ ਇਸ ਤਰ੍ਹਾਂ ਜਾਣੋ ਕਿ ਜਿਹੜੀ ਖਾਸ ਕਰਕੇ ਜੀਵਨ ਨੂੰ ਸਮਝਣ ਵਾਲੀ ਬਾਤ ਆ, ਇਹ ਤੇ ਇਹ ਹੈ ਕਿ ਗੁਰੂ ਨੂੰ ਅੰਗ ਸੰਗ ਜਾਣਦੇ ਹੋਏ ਬੰਦਾ ਸਿੱਖਿਆਤਮਕ ਪੱਖ ਤੋਂ ਆਪਣੇ ਆਪ ਨੂੰ ਲਗਾਤਾਰ ਐਜੂਕੇਟ ਕਰੇ। ਇਹ ਸਾਰਾ ਸ਼ਬਦ ਪਰਚਾ ਆ ਨਾ, ਤੇ ਪਰਚਾ ਤੇ ਹਰ ਵਕਤ ਪੈ ਰਿਹਾ, ਹਰ ਵਕਤ ਹੋ ਰਿਹਾ, ਹਰ ਵਕਤ ਇਮਤਿਹਾਨੀਅਤ ਆ, ਤੇ ਉਹਦੇ ਲਈ ਸ਼ਬਦ ਹੀ ਮਦਦਗਾਰ ਹੈ। ਫਿਰ ਗੁਰੂ ਨੂੰ ਨਾ ਛੱਡਿਆ ਜਾਏ। ਫਿਰ ਤੇ ਭਗਤੀ
ਬਾਣੀ ਪੜ੍ਹਨੀ, ਸਮਝਣੀ, ਅਹਿਸਾਸਣੀ, ਜਾਣਨੀ ਤੇ ਜੀਣੀ ਹੋ ਜਾਂਦੀ ਹੈ। ਮੈਂ ਬੇਨਤੀ ਕਰ ਰਿਹਾ ਸੀ, ਹੁਣ ਪੇਰੈਂਟਿੰਗ ਦੀ ਗੱਲ ਕਰ ਰਿਹਾ ਇਕੱਲੇ ਦੀ। ਅਸੀਂ ਪੇਰੈਂਟਿੰਗ ਫਿਰ ਕਿਵੇਂ ਕਰਦੇ ਹਾਂ? ਜਿਵੇਂ ਅਸੀਂ ਦੇਖੀ ਹੈ ਆਪ, ਫਿਰ ਅਸੀਂ ਡਿੱਟੋ ਕਾਪੀ ਕਰ ਰਹੇ ਹੁੰਦੇ ਹਾਂ ਉਹਦੀ। ਮੇਰੇ ਅੰਦਰ ਮੇਰਾ ਫਾਦਰ ਅਨਕੌਂਸ਼ੀਅਸ ਲੈਵਲ ਤੇ ਬੋਲੀ ਜਾਂਦਾ, ਮੈਨੂੰ ਖੁਦ ਨੂੰ ਨਹੀਂ ਪਤਾ। ਮੇਰੇ ਅੰਦਰ ਮੇਰੀ ਮਾਂ ਅਨਕੌਂਸ਼ੀਅਸ ਲੈਵਲ ਤੇ ਬੋਲੀ ਜਾ ਰਹੀ ਹੈ, ਭਾਵੇਂ ਕਿ ਮੈਨੂੰ ਉਦੋਂ ਨਾ ਠੀਕ ਲੱਗਦਾ ਹੈ ਵੀ ਉਹ ਨਹੀਂ 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 ਐਕਚੁਅਲੀ ਨਾ ਡੈਡ ਨੂੰ ਮੈਨੂੰ ਨਾਲ ਐਵੇਂ ਡੀਲ ਨਹੀਂ ਕਰਨਾ ਚਾਹੀਦਾ, ਬਟ ਸਟਿਲ ਆਈ ਐਮ ਡੀਲਿੰਗ ਸੇਮ ਵੇ ਵਿਦ ਮਾਈ ਓਨ ਕਿਡਸ। ਹੁਣ ਇਹ ਰੂਪ ਜਿਹੜਾ ਆ, ਇਹ ਹੈ ਕਿਉਂਕਿ ਮੈਂ ਉਸ ਨੂੰ ਅਨਕੌਂਸ਼ੀਅਸ ਲੈਵਲ ਤੇ ਅਡਾਪਟ ਐਕਸੈਪਟ ਕਰ ਲਿਆ ਹੈਗਾ। ਜਦੋਂ ਸ਼ਬਦ ਇਸ ਲੈਵਲ ਤੇ ਮੇਰੇ ਜੀਵਨ 'ਚ ਰਵ ਜਾਏਗਾ ਨਾ, ਜਿਹਨੂੰ ਅਸੀਂ ਕਹਿੰਦੇ ਹਾਂ ਨਾ ਅਨਕੌਂਸ਼ੀਅਸ ਕੰਪੈਟੀਬਲ, ਆਪਾਂ ਬੜੀ ਡਿਟੇਲ 'ਚ ਬਾਤ ਕੀਤੀ। ਮੈਨੂੰ ਯਾਦ ਹੈ ਪਹਿਲੀ ਸਿਚੁਏਸ਼ਨ ਹੁੰਦੀ ਸਾਈਕੋਲੋਜੀ ਦੇ ਵਿੱਚ, ਅਨਕੌਂਸ਼ੀਅਸ ਇਨਕੰਪੈਟੀਬਲ, ਫਿਰ ਹੁੰਦੀ ਹੈਗੀ ਹੈ ਕੌਂਸ਼ੀਅਸ ਇਨਕੰਪੈਟੀਬਲ। ਇਹ ਬੜੀ ਪੇਨਫੁਲ ਅਵਸਥਾ ਹੁੰਦੀ ਹੈ। ਮੈਨੂੰ ਪਤਾ ਵੀ ਮੈਂ ਗਲਤੀ ਕਰ ਰਿਹਾ, ਪਰ ਮੈਂ ਗਲਤੀ ਸੁਧਾਰ ਨਹੀਂ ਸਕਦਾ। ਇਹ ਬੜੀ ਇਹ ਸਭ ਤੋਂ, ਇਸ ਨੂੰ ਬਾਬਾ ਕਬੀਰ ਜੀ ਨੇ ਕਿਹਾ ਵੀ ਹਮੂ ਜੋ ਬੂਝਣ ਬੂਝਿਆ ਪੂਰੀ ਪਰੀ ਬੁਲਾਏ। ਵੀ ਹੁਣ ਜੇ ਮੈਨੂੰ ਕੁਝ ਗੱਲ ਬੁੱਝਣ ਚ ਆਈ ਹੈ ਤੇ ਇੰਝ ਲੱਗਦਾ ਬਲਾ ਹੀ ਗੱਲ ਪੈ ਗਈ ਹੈ। ਨਾ ਨੀਂਦ ਆਉਂਦੀ ਹੈ, ਨਾ ਚੈਨ ਆਉਂਦਾ ਹੈ, ਪਤਾ ਵੀ ਇਹ ਗਲਤ ਪਰ ਕਰ ਵੀ ਕੁਛ ਨਹੀਂ ਸਕਦਾ। ਇਹ ਬਹੁਤ ਬੜੀ ਇਹ ਪੀੜਾ ਦੀ ਹਾਲਤ ਹੈ। ਕਿਆ ਜਦੋਂ ਕੌਂਸ਼ੀਅਸ ਇਨਕੰਪੈਟੀਬਿਲਿਟੀ ਆ ਜਾਂਦੀ ਹੈ, ਹਰ ਇੱਕ ਲੈਵਲ ਤੇ ਕੌਂਸ਼ੀਅਸ ਕੰਪੈਟੀਬਿਲਿਟੀ ਹੁੰਦੀ ਹੈ। ਇਹ ਪਹਿਲੀ ਨਾਲੋਂ ਥੋੜ੍ਹੀ ਜਿਹੀ ਠੀਕ ਹੁੰਦੀ ਹੈ, ਪਰ ਤੜਪਣਾ ਇਹਦੇ 'ਚ ਵੀ ਬੜੀ ਹੁੰਦੀ ਹੈ। ਕਿਉਂਕਿ ਆਪਣੇ ਆਪ ਨੂੰ ਤੁਸੀਂ ਬਿਲਕੁਲ ਇਸ ਤਰ੍ਹਾਂ ਜਾਣੋ ਕਿ ਜਿਵੇਂ ਬੰਦੇ ਨੇ ਕਾਰ ਚਲਾਉਣੀ ਨਵੀਂ ਨਵੀਂ ਸਿੱਖੀ ਹੈ ਤੇ ਬਸ ਰੋਡ ਤੇ ਲੈ ਕੇ ਚੜ੍ਹਿਆ, ਤੇ ਉਹਨੂੰ ਹੀ ਪਤਾ ਵੀ 10-15 ਕਿਲੋਮੀਟਰ ਕਿਵੇਂ ਸਿਰ ਦੇ ਪਸੀਨੇ ਛੁੱਟਦੇ ਆਏ ਨੇ। ਉਹਨੂੰ ਲੱਗ ਰਿਹਾ ਹਰ ਗੱਡੀ ਮੇਰੇ 'ਚ ਵੱਜੇਗੀ ਆ ਕੇ, ਇੱਥੇ ਵੀ ਗਲਤੀ ਕਰਾਂਗਾ ਮੈਂ, ਆਈ ਐਮ ਗੋਇੰ ਟੂ ਡੂ ਸਮ। ਤੇ ਜੇ ਕਿਤੇ ਉਸ ਸਮੇਂ 'ਚ ਕੋਈ ਪੁਲਿਸ ਵਾਲਾ ਅੱਗੇ ਪਿੱਛੇ ਗੱਡੀ ਹੋਏ, ਹੋ ਫਿਰ ਤੇ ਤੁਸੀਂ ਅੰਦਾਜ਼ਾ ਹੀ ਲਾ ਸਕਦੇ ਹੋ। ਐਕਚੁਅਲੀ ਜਿਹੜੀ ਉਹ ਹਾਲਤ ਆ ਉਹ ਹੁੰਦੀ ਹੈ ਉਸ ਬੰਦੇ ਦੀ ਜਿਹੜਾ ਕੌਂਸ਼ੀਅਸ ਕੰਪੈਟੀਬਲ ਹੋ ਰਿਹਾ ਹੈਗਾ। ਅਸਲ ਆਈਡੀਅਲ ਹੈ ਅਨਕੌਂਸ਼ੀਅਸ ਕੰਪੈਟੀਬਲ। ਜਦੋਂ ਸੁਤੇ ਸਿੱਧੀ ਸੁਭਾਵਿਕ ਤੌਰ ਤੇ, ਅਸੀਂ ਬੀਤੇ ਕੱਲ ਪੜ੍ਹ ਰਹੇ ਸੀਗੇ ਕਿ ਹਰ ਗੁਣ ਗਾਓ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਓ, ਜੀ ਕੈ ਸੰਗ ਸਹਾਈ। ਇਹ ਹੈ ਆਪਣੇ ਆਪ ਨੂੰ ਸੁਭਾਵਿਕ ਪ੍ਰਵਿਰਤੀ ਚ ਲੈ ਆਓ। ਇੱਥੇ ਸਾਹਿਬ ਕਹਿੰਦੇ ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਮਹਿਸੂਸ ਹੋਇਆ ਘਬਰਾਉਣ ਦੀ ਲੋੜ ਹੀ ਨਹੀਂ, ਡਰਨ ਦੀ ਲੋੜ ਹੀ ਨਹੀਂ, ਮਨਾ ਉਹੀ ਤੇ ਹੈ। ਇੱਥੇ ਜਾ ਕੇ ਫਿਰ ਸਕੀਮਾਂ ਫਿਰ ਉਵੇਂ ਦੀਆਂ ਨਹੀਂ ਕੱਢਦਾ ਜਿਵੇਂ ਮੈਂ ਪਹਿਲੀ ਬਾਤ ਕੀਤੀ ਕਿ ਬੰਦਾ ਬੜਾ ਕਾਲਾ ਪੈ ਜਾਂਦਾ, ਸੋਚੀ ਜਾਂਦਾ ਵੀ ਉਹ ਜੇ ਆ ਜੇ ਆ ਜੇ ਆ। ਇਹ ਸਲੋਕ ਆ, ਇਹ ਸਾਨੂੰ ਵਿਖਾਉਂਦਾ ਕਿ ਅਗਲਾ ਛੰਤ ਕੀ ਹੈ। ਛੰਤ ਸ਼ੁਰੂ ਹੁੰਦਾ ਸੁਣ ਯਾਰ ਹਮਾਰੇ ਸੱਜਣ ਕਰੋ ਬੇਨਤੀ ਆ। ਇਹ ਆਪਣਤ ਦੀ ਬਾਤ ਆ, ਸਨੇਹ ਦੀ ਬਾਤ ਆ। ਦੇਖੋ ਜਿੱਥੇ ਮਤਲਬ ਕਿਸੇ ਦੀ ਪੋਜੀਸ਼ਨ ਨੂੰ ਬੜੀ ਹਾਈ ਮੰਨ ਲਓਗੇ ਤੇ ਆਪਣੇ ਆਪ ਨੂੰ ਬੜਾ ਲੋ ਮੰਨ ਲਓਗੇ, ਉਹਦੇ ਨਾਲ ਹਾਈ ਪੋਜੀਸ਼ਨ ਵਾਲੇ ਦੀ ਰਿਸਪੈਕਟ ਤੇ ਕਰ ਲਓਗੇ ਬੜੀ, ਪਰ ਉਹਦੇ ਨਾਲ ਰਿਲੇਸ਼ਨਸ਼ਿਪ ਨਹੀਂ ਬਣਾ ਪਾਓਗੇ। ਜਿਹੜੀ ਰਿਲੇਸ਼ਨਸ਼ਿਪ ਆ ਇਹ ਬੜੀ ਬਰਾਬਰੀ ਤੇ ਆ ਕੇ ਬਣਦੀ ਹੈ। ਤੇ ਗੁਰੂ ਇਹੀ ਚੀਜ਼ ਸਿਖਾ ਰਿਹਾ। ਗੁਰੂ ਕਹਿ ਰਿਹਾ ਮੈਂ ਤੇਰਾ ਮਾਸਟਰ ਜ਼ਰੂਰ ਹਾਂ, ਪਰ ਚੇਤੇ ਰੱਖੀ ਮੈਂ ਤੇਰੇ ਤੋਂ ਦੂਰ ਨਹੀਂ ਗਾ, ਮੈਂ ਤੇਰਾ ਸੰਗੀ ਹਾਂ, ਯਾਰ ਹਾਂ। ਯਾਰ ਨੂੰ ਅਸੀਂ ਬਹੁਤ ਪਿਆਰਾ ਲਫ਼ਜ਼ ਹੈ ਪੰਜਾਬੀ ਦਾ, ਜਿਹਨੂੰ ਅਸੀਂ ਬਿਲਕੁਲ ਸੰਗੀ ਮੰਨਦੇ ਹਾਂ। ਜਿਹੜਾ ਸਾਡੀ ਕਮੀ ਖਾਮੀ ਦੇਖ ਕੇ ਅਣਡਿੱਠ ਕਰ ਦਿੰਦਾ, ਉਹ ਕੋਈ ਗੱਲ ਨਹੀਂ ਮੈਂ ਕਰ ਦਿਆਂਗਾ, ਤੈਨੂੰ ਘਬਰਾਉਣ ਦੀ ਲੋੜ ਨਹੀਂ ਹੈ। ਯਾਰ ਹੈ ਉਹ, ਸਾਨੂੰ ਕਿਸੇ ਸਿਚੁਏਸ਼ਨ 'ਚ ਪਾ ਕੇ ਚੈੱਕ ਨਹੀਂ ਕਰਦਾ, ਟੈਸਟ ਨਹੀਂ ਕਰਦਾ, ਸਾਡੀ ਬਾਂਹ ਫੜਦਾ ਆ, ਸਾਨੂੰ ਮਦਦ ਕਰਦਾ, ਫਿਰ ਸਾਡੇ ਲਈ ਕਰਕੇ ਵੀ ਨਹੀਂ ਦਿੰਦਾ, ਸਾਨੂੰ ਕਰਨ ਦੇ ਕਾਬਿਲ ਵੀ ਬਣਾਉਂਦਾ ਹੈ। ਇਹੀ ਯਾਰ ਹੈ। ਇੱਥੇ ਗੁਰੂ ਮਹਾਰਾਜ ਉਸ ਕਿਸਮ ਦੀ ਬਾਤ ਕਰਦੇ ਤੇ ਇੱਕ ਤਰ੍ਹਾਂ ਨਾਲ ਸਾਨੂੰ ਇੰਪਾਵਰਮੈਂਟ ਦਿੰਦੇ, ਸਮਰੱਥਾ ਦਿੰਦੇ ਵੀ ਤੁਸੀਂ ਇਸ ਤਰੀਕੇ ਨਾਲ ਕਹਿ ਸਕਦੇ ਹੋ, ਜੀ ਸਕਦੇ ਹੋ। ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨਤੀ ਆ, ਤੇਰੇ ਅੱਗੇ ਇੱਕ ਬੇਨਤੀ ਹੈ। ਬੇਨਤੀ ਕੀ ਹੈ ਕਿ ਤਿਸ ਮੋਹਨ ਲਾਲ ਪਿਆਰੇ ਹੋ ਫਿਰੋਂ ਖੁਜੰਤੀ ਆ। ਉਹ ਮਨ ਨੂੰ ਮੋਹ ਲੈਣ ਵਾਲੀ ਸ਼ਕਤੀ ਨੂੰ ਲੱਭ ਰਿਹਾ, ਮੇਰਾ ਮਨ ਉਹਨੂੰ ਖੋਜ ਰਿਹਾ ਆ। ਜਿੰਨਾ ਬੰਦਾ ਭੁੱਖਾ ਆ ਪਦਾਰਥ ਦਾ, ਵਸਤਾਂ ਰਸਤਾਂ ਦਾ, ਕਿਉਂਕਿ ਰੂਪ ਰਸ ਤੇ ਗੰਧ ਤਿੰਨ ਹੀ ਚੀਜ਼ਾਂ ਸਾਨੂੰ ਪ੍ਰਭਾਵਿਤ ਕਰਦੀਆਂ ਨੇ।
ਤਿੰਨਾਂ ਦੇ ਅਸੀਂ ਪਾਗਲਪਨ ਹੀ ਬੰਦੇ ਦਾ। ਜਿੰਨਾ ਰੂਪ ਆ ਕਿਸੇ ਅਰੂਪ ਵਿੱਚੋਂ ਆ ਰਿਹਾ ਹੈ, ਜਿੰਨਾ ਰਸ ਆ ਕਿਸੇ ਸਰਬ ਰਸ ਚੋਂ ਆ ਰਿਹਾ ਹੈ, ਜਿੰਨੀ ਗੰਧ ਆ ਕਿਸੇ ਮਹਾ ਸੁਗੰਧ ਚੋਂ ਆ ਰਹੀ ਹੈ। ਜਦੋਂ ਦਾਨਿਸ਼ਮੰਦ ਹੋ ਜਾਏ ਬੰਦਾ ਕਹੇ ਆ ਬਾਹਰ ਨੂੰ ਕੀ ਫੜਨਾ, ਉਹਨੂੰ ਫੜਦੇ ਆ। ਉੱਥੇ ਜਾ ਕੇ ਫਿਰ ਇਹਨਾਂ ਦੀ ਕਸ਼ਿਸ਼ ਨਾ ਮਾਤਰ ਹੋ ਜਾਂਦੀ ਹੈ। ਬੰਦਾ ਇਹੀ ਮਨ ਦੀ ਪਵਿੱਤਰਤਾ ਹੈ ਨਾ ਬ੍ਰਹਮ ਗਿਆਨ। ਮੈਂ ਤਾਂ ਕਈ ਵਾਰੀ ਜਦੋਂ ਪੜ੍ਹਦਾ ਸੋਚਦਾ ਨਾ, ਮੈਂ ਸੋਚਦਾ ਬਾਬਾ ਬਸ ਵਿਸਮਾਦ ਹੀ ਹੈ, ਕੁਛ ਵੀ ਨਹੀਂ। ਹੋਰ ਯੂ ਆਰ ਟੋਟਲੀ ਕਿਸ ਲੈਵਲ ਤੇ ਤੂੰ ਮਨੁੱਖ ਨੂੰ ਲਿਜਾ ਰਿਹਾ ਹੈਗਾ। ਇਹ ਕਪਾਟ ਖੁੱਲਣੇ ਨੇ ਅਸਲ ਵਿੱਚ, ਇਹ ਕਿਤੇ ਦਰਵਾਜ਼ੇ ਖੁੱਲ ਜਾਣ ਅੰਦਰੋਂ। ਇੱਥੇ ਮਹਾਰਾਜ ਬਿਆਨ ਕਰਦੇ ਕਿ ਤਿਸ ਮੋਹਨ ਲਾਲ ਪਿਆਰੇ ਹੋ ਫਿਰੋਂ ਖੁਜੰਤੀਆ, ਤਿਸ 10 ਪਿਆਰੇ ਸਿਰ ਧਰੀ ਉਤਾਰੇ। ਤੂੰ ਨਾ 10 ਹੀ ਪਾ ਦੇ। 10 ਪਾਉਣਾ ਆਪ ਨੂੰ ਪਤਾ ਕਿ ਪੰਜਾਬੀ ਦਾ ਲਫ਼ਜ਼ ਹੈ। ਅਕਸਰ ਕੁਝ ਮਾਹੌਲ ਬਦਲਿਆ। ਹੁਣ ਪੁਰਾਣੇ ਸਮੇਂ ਕਿਤੇ ਕੋਈ ਦੂਰ ਨੇੜੇ ਗਿਆ ਬੰਦਾ ਗਵਾਚ ਗਿਆ, ਤੇ ਉਸ ਤੋਂ ਬਾਅਦ ਲੋਕ ਕਿਸੇ ਸਿਆਣੇ ਕੋਲ ਤੁਰ ਜਾਂਦੇ, ਕਿਸੇ ਕੋਲ, ਉਹਨੂੰ ਕਹਿੰਦੇ 10 ਪਾਈਏ ਫਲਾਣੇ ਨੇ, ਉਹ ਫਲਾਂ ਜਗ੍ਹਾ ਤੇ ਗਿਆ ਆ। ਮੇਨ ਜਿਹਨੂੰ ਅਸੀਂ ਇੰਗਲਿਸ਼ ਕਹਿੰਦੇ ਕਲੂ ਦੇਣਾ, ਵੀ ਕੋਈ ਕਲੂ ਹੀ ਦੇ ਦੇ ਘੱਟ ਤੋਂ ਘੱਟ, ਵੀ ਸਮ ਸੋਰਟ ਆਫ ਐਕਚੁਅਲੀ ਜਿਹੜਾ ਹੈਗਾ ਕੁਝ ਸਾਈਨ, ਕੋਈ ਕਲੂ ਹੀ ਮਿਲ ਜੇ। ਕਿਆ ਤਿਸ 10 ਪਿਆਰੇ, ਕੋਈ 10 ਹੀ ਦੇ ਮਾੜਾ ਜਾਂ ਕੋਈ ਇਹੋ ਜਿਹਾ ਕਲੂ ਹੀ ਦੇ ਦੇ। ਸਿਰ ਧਰੀ ਉਤਾਰੇ, ਆਪਣਾ ਸਿਰ ਉਤਾਰ ਕੇ ਉਹਦੇ ਸਾਹਮਣੇ ਰੱਖਦੇ ਆ। ਭਾਵ ਇਹਨਾਂ ਡੈਡੀਕੇਸ਼ਨ ਦੇ ਨਾਲ ਮੈਂ ਜ਼ਰਾ ਦਾ ਰਾਗੀਰ ਹੋ ਜਾ। ਇੱਕ ਭੋਰੀ ਦਰਸ਼ਨ ਦੀ ਜਾਏ, ਕਿਤੇ ਇੱਕ ਭੋਰੀ ਇੱਕ ਵਾਰੀ ਬਸ ਉਹ ਮੰਜ਼ਰ ਮਿਲ ਜਾਏ। ਇਹ ਨਾ ਐਡਿਕਸ਼ਨ 'ਚ ਮੈਂ ਦੇਖਿਆ ਬੜੀ ਫਾਸਟ ਚੀਜ਼ਾਂ ਬਦਲ ਰਹੀਆਂ ਨੇ ਅੱਜ ਕੱਲ੍ਹ ਮੈਂਟਲ ਹੈਲਥ ਦੇ ਵਿੱਚ, ਐਡਿਕਸ਼ਨ ਦੇ ਵਿੱਚ। ਉਹ 'ਚੋਂ ਕਹਿ ਰਹੇ ਨੇ ਦੇयर ਆਰ 2 ਟਾਈਪ ਆਫ ਐਡਿਕਸ਼ਨ, ਵਨ ਇਜ਼ ਪੋਜ਼ਿਟਿਵ, ਵਨ ਇਜ਼ ਨੈਗੇਟਿਵ। ਜਿਵੇਂ ਸਟ੍ਰੈਸ ਬਾਰੇ ਹੁਣ ਰੀਸੈਂਟਲੀ ਗੱਲ ਹੋਈ ਕਿ we have to categorize stress into two actually categories. One is positive, one is negative. Positive stress ਹੋਣਾ ਚਾਹੀਦਾ ਹੈ। ਐਡਿਕਸ਼ਨ ਜੋ ਕਹਿੰਦੇ ਐਡਿਕਟ ਤੇ ਸਾਨੂੰ ਸਾਰਿਆਂ ਨੂੰ ਹੋਣਾ ਵੀ ਚਾਹੀਦਾ, ਪਰ ਪੋਜ਼ਿਟਿਵ ਐਡਿਕਸ਼ਨ ਕੀ ਹੈ? ਪੋਜ਼ਿਟਿਵ ਐਡਿਕਸ਼ਨ ਇਹ ਹੈ ਕਿ ਬੰਦਾ ਸਪਿਰਿਚੁਅਲ ਐਕਸਰਸਾਈਜ਼ 'ਚ ਆ ਜਾਏ। ਪੋਜ਼ਿਟਿਵ ਹੈ, ਉਹਨੂੰ ਇਹ ਲੱਗੇ ਵੀ ਜੇ ਮੈਂ ਸਵੇਰੇ ਉੱਠ ਕੇ ਮੈਡੀਟੇਸ਼ਨ ਨਹੀਂ ਨਾ ਕੀਤਾ, that mean I'm missing something. That's good. ਜ਼ਿੰਦਗੀ ਸਹੀ ਰੂਪ 'ਚ ਅੰਗੇਜ ਹੋ ਗਈ ਕਿਤੇ। ਅੱਜ ਮੈਂ ਐਕਸਰਸਾਈਜ਼ ਨਹੀਂ ਕੀਤੀ, ਕਹਿੰਦਾ ਦੈਟਸ ਗੁੱਡ। ਮੈਂ ਅੱਜ ਕੋਈ ਹੈਲਦੀ ਚੋਇਸ ਨਹੀਂ ਬਣਾਈ ਖਾਣ ਦੀ। ਇਹਦਾ ਐਡਿਕਸ਼ਨ, ਇਹਦੀ ਹੈਬਚੁਅਲਿਟੀ ਡਿਵੈਲਪ ਕਰ। ਇਸ ਸਾਹਿਬ ਨੇ ਬਿਆਨ ਕੀਤਾ ਨਾ, ਇੱਕ ਭੋਰੀ ਦਰਸ਼ਨ ਦੀ ਜਾ, ਕਿਤੇ ਮਾੜਾ ਜਿਹਾ ਇੱਕ ਨਸ਼ੇ ਵਾਲੀ ਹਾਲਤ ਹੋਈ ਨਾ, ਬੰਦੇ ਨੂੰ ਇੰਨੀ ਕੁ ਲਾਗ ਲੱਗ ਜਾਵੇ, ਕਿਤੇ ਮਾੜਾ ਜਿਹਾ ਇੰਨੀ ਕੁ ਬਸ ਮਿਲ ਜਾਏ ਮੈਨੂੰ ਚੀਜ਼। ਅਗਲਾ ਬਚਨ ਲਿਖਿਆ, ਨੈਣ ਹਮਾਰੇ ਪਿਰੇ ਰੰਗ ਰੰਗਾਰੇ, ਇੱਕ ਤਿਲ ਪੀਨਾ ਤੇਰੀ 'ਚ। ਹੁਣ ਮੇਰੇ ਨੈਣ ਪਿਰਿਆ ਦੇ ਰੰਗ 'ਚ ਰੰਗੇ ਗਏ ਨੇ। ਮਹਾਰਾਜ ਨੇ ਜਿਹੜਾ ਇਹਦੇ 'ਚ ਬਿਆਨ ਕੀਤਾ ਆ ਪ੍ਰੈਜੈਂਟੇਸ਼ਨ ਦੇ 'ਚ, ਇਹ ਹੈ ਤੇ ਮਜਾਜੀ ਹੈ, ਪਰ ਗੱਲ ਹਕੀਕੀ ਦੀ ਹੈ। ਅਨਫੋਰਚੂਨੇਟਲੀ ਕਿਉਂਕਿ ਸਾਨੂੰ ਮਜਾਜੀ ਬਿਰਤੀ 'ਚ ਅਸੀਂ ਬਹੁਤ ਜ਼ਿਆਦਾ ਰਹਿੰਦੇ ਹਾਂ, ਸਾਨੂੰ ਵੀ ਆਲਵੇਜ਼ ਟਰਾਈ ਟੂ ਲੁੱਕ ਇਨ ਦੀਸ ਸਾਈਡਸ। ਕਿਆ ਨੈਣ ਹਮਾਰੇ, ਮੇਰੇ ਨੈਣ ਪਿਰਿਆ ਰੰਗ ਰੰਗਾਰੇ, ਪ੍ਰੀਤਮ ਦੇ ਰੰਗ 'ਚ ਰੰਗੇ ਪਏ ਨੇ। ਮੇਰੀਆਂ ਅੱਖਾਂ ਬਸ ਉਹਨੂੰ ਹੀ ਲੱਭ ਰਹੀਆਂ 4 ਚੁਫੇਰੇ, ਮੈਨੂੰ ਉਹਦਾ ਹੀ ਚਿਹਰਾ ਦਿਸ ਰਿਹਾ, ਮੈਨੂੰ ਉਹਦੀ ਲੋਈ ਦਿਸ ਰਹੀ ਹੈ 4 ਚੁਫੇਰੇ। ਕਿਆ ਨੈਣ ਹਮਾਰੇ ਫਿਰ ਰੰਗ ਰੰਗਾਰੇ, ਇੱਕ ਤਿਲ ਪੀਨਾ ਤੇਰੀ ਜੇ। ਉਹਨੂੰ ਵੇਖਣ ਤੋਂ ਬਿਨਾਂ ਇੱਕ ਤਿਲ ਵੀ ਇਹਨਾਂ ਨੂੰ ਧੀਰਜ ਨਹੀਂ ਵੱਜਦਾ। ਪ੍ਰਭ ਸਿਉ ਮਨ ਲੀਨਾ ਜਿਉਂ ਜਲਮੀਨਾ, ਚਾਤਰਿਕ ਜਿਵੇਂ ਤਿਸੰਤੀਆ। 2 ਮੈਟਾਫੋਰ ਦਿੱਤੇ ਮਹਾਰਾਜ ਨੇ, ਇੱਕ ਮੀਨ ਦਾ ਤੇ ਇੱਕ ਚਾਤਰਿਕ ਦਾ, ਮੱਛੀ ਦਾ, ਤੇ ਇੱਕ ਚਾਤਰਿਕ ਪੰਛੀ ਪੰਜਾਬ ਦੀ ਨੇਟਿਵ ਫਿਜ਼ਾਂ ਵਿੱਚ ਹੁੰਦਾ, ਜਿਹੜਾ ਹਰ ਵਕਤ ਪ੍ਰਿਓ ਕੂਕਦਾ ਪਾਣੀ ਵਾਸਤੇ, ਸਵਾਂਤੀ ਬੂੰਦ ਲਈ। ਕਿਆ ਮੇਰੀ ਇਹ ਹਾਲਤ ਆ, ਪ੍ਰਭ ਸਿਉ ਮਨ ਲੀਨਾ, ਐਵੇਂ ਪ੍ਰਭੂ ਦੇ ਵਿੱਚ ਮੇਰਾ ਮਨ ਲੀਨ ਹੋ ਗਿਆ। ਜਿਉਂ ਜਲ ਮੀਨਾ, ਜਿਵੇਂ ਜਲ ਦੇ ਨਾਲ ਮੀਨ ਮੱਛੀ ਦਾ ਨਾਤਾ ਬਣ ਜਾਂਦਾ। ਚਾਤਰਿਕ ਜਿਵੇਂ ਤਿਸੰਤੀਆ, ਮੇਰੀ ਪਿਆਸ ਇਹੋ ਜਿਵੇਂ ਚਾਤਰਿਕ ਦੀ ਪਿਆਸ ਹੈ। 4 ਚੁਫੇਰੇ ਪਾਣੀ ਦੇ ਸੋਮੇ ਵੀ ਹੋਣ, ਪਰ ਚਾਤਰਿਕ ਨੂੰ ਸਵਾਂਤੀ ਬੂੰਦ ਚਾਹੀਦੀ ਹੈ। ਮੈਂ ਭਾਵੇਂ ਜਿਹਨੂੰ ਸਾਹਿਬ ਨੇ ਕਿਹਾ, ਮੋਤੀ ਤਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ, ਕਸਤੂਰ ਕੰਗੂ ਅਗਰ ਚੰਦਨ ਲੀਪ ਆਵੇ ਜਾਓ, ਮਤ ਦੇਖ ਭੂਲਾਂ ਵਿਸਰੈ। ਹੋਏ 4 ਚੁਫੇਰੇ ਜੋ ਮਰਜੀ ਹੋਏ, ਪਰ ਮੇਰੀ ਖੁਸ਼ੀ ਤੇਰੇ ਨਾਲ ਜੁੜ ਕੇ ਹੈ। ਮੇਰੀ ਖੁਸ਼ੀ ਹੋਰ ਕਿਤੇ ਮਹਿਲਵਾੜੀਆਂ ਕਿਸੇ ਚੀਜ਼ ਰਹਿਣ ਰਹਿਸ਼ ਉਹਦੇ 'ਚ ਨਹੀਂ ਹੈ। ਇੱਥੋਂ ਫਿਰ ਬੰਦਾ ਕਰਤਾਰੀ ਰੰਗ 'ਚ ਰੰਗਿਆ ਜਾਂਦਾ। ਉਸ ਨੂੰ ਸਾਹਿਬ ਨੇ ਕਿਹਾ ਕਿ ਚਾਤਰਿਕ ਜਿਵੇਂ ਤਿਸੰਤੀਆ, ਜਨ ਨਾਨਕ ਗੁਰਪੂਰਾ ਪਾਇਆ, ਸਗਲੇ ਤਿੱਖਾ ਬੁਝੰਤੀਆ। ਹੇ ਨਾਨਕ ਕਹਿ, ਜਦੋਂ ਪੂਰੇ ਗੁਰੂ ਨਾਲ ਐਸੀ ਸਾਂਝ ਬਣ ਗਈ ਨਾ, ਤੇ ਫਿਰ ਇਸ ਤਰ੍ਹਾਂ ਜਾਣੋ, ਸਗਲੀ ਤਿੱਖਾ ਬੁਝੰਤੀਆ। ਤਿੱਖਾ
ਪਿਆਸ ਨੂੰ ਕਿਹਾ ਜਾਂਦਾ ਤ੍ਰਿਖਾ, ਪਰ ਇਹ ਹੈ ਕਿ ਕ੍ਰੇਵਿੰਗ ਕਹਿ ਲਓ, ਸਾਰੀ ਕ੍ਰੇਵਿੰਗ ਮਿਟ ਗਈ। ਇੱਕ ਸੈਟਿਸਫੈਕਸ਼ਨ, ਇੱਕ ਕੰਟੈਂਟਮੈਂਟ ਵਾਲੀ ਬਾਤ ਜਿਹੜੀ ਹੈ ਉਹ ਬਣ ਗਈ। ਸਾਹਿਬ ਰਹਿਮਤ ਕਰਨ ਇਹਨਾਂ ਆਲਮੀ ਵਾਕਿਆ 'ਚੋਂ ਅਸੀਂ ਗੁਰਮਤ ਗਾੜੀ ਰਾਹ 'ਤੇ ਤਾਰਨੀ ਹੋਈਏ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਭੁੱਲਾਂ ਗਲਤੀਆਂ ਨਾਲ ਚਤਾਰਿਓ ਜੇ। ਇੱਥੇ ਸਮਾਪਤੀ ਕਰੀਏ, ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।